ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 17 ਤਰੀਕ ਆ ਦਿਨ ਮੰਗਲਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਊੜਾ ਡੈਟਲ ਲੀਫ ਵਾਲੇ, ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਕਾਫੀ ਟੈਂਸ ਬਣੀ ਹੋਈ ਆ। 5ਵਾਂ ਦਿਨ ਹੋ ਗਿਆ ਲਗਾਤਾਰ ਈਰਾਨ ਤੇ ਇਜ਼ਰਾਈਲ ਦੇ ਵਿੱਚ ਆਪਸ ਜਿਹੜੀਆਂ ਮਿਜ਼ਾਈਲਸ ਆ ਚੱਲ ਰਹੀਆਂ ਹੈਗੀਆਂ। ਦੋਨੋਂ ਪਾਸੇ ਕਾਫੀ ਮੌਤਾਂ ਹੋਣ ਦੀ ਵੀ ਜਿਹੜੀ ਖਬਰ ਆਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਜੋ G7 ਦੀ ਮੀਟਿੰਗ ਸੀਗੀ ਉੱਥੇ ਵਿੱਚੇ ਛੱਡ ਕੇ ਆ ਗਿਆ ਸੀ ਇੱਕ ਦਿਨ ਬਾਅਦ, ਕਿਉਂਕਿ ਉਹਨਾਂ ਨੇ ਜਿਹੜੀ ਆ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਸੀ, ਕਿਉਂਕਿ ਅਮਰੀਕਾ ਦੇ ਵਿੱਚ ਇਸ ਵੇਲੇ ਕਾਫੀ ਵੱਡਾ ਪ੍ਰੈਸ਼ਰ ਆ ਵੀ ਅਮਰੀਕਾ ਨੂੰ ਇਹਦੇ ਵਿੱਚ ਡਾਇਰੈਕਟਲੀ ਇਨਵੋਲਵ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਉਹਦੇ ਅਗੇਂਸਟ ਕੀ ਕਰਨਾ ਆ ਇਹ ਅਸੀਂ ਹੁਣ ਡਿਸਾਈਡ ਕਰਾਂਗੇ। US ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਇਹ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਆ ਉਹ ਸੋਚ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਖਤਮ ਕੀਤਾ ਜਾ ਸਕੇ। ਈਰਾਨ ਵਾਲਿਆਂ ਦੇ ਨਾਲ ਡਾਇਰੈਕਟ ਗੱਲਬਾਤ ਹੋਊਗੀ ਜਾਂ ਨਹੀਂ ਹੋਊਗੀ ਇਹਦੇ ਤੇ ਵੀ ਡਿਪੈਂਡ ਕਰਦਾ ਹੈਗਾ, ਕਿਉਂਕਿ ਜਿਹੜੇ ਨੈਗੋਸ਼ੀਏਟਰ ਸੀਗੇ ਉਹਨਾਂ ਦਾ ਇੱਕ ਮੇਨ ਜਿਹੜਾ ਨਿਊਕਲੀਅਰ ਸਾਇੰਟਿਸਟ ਸੀ ਉਸ ਨੂੰ ਤਾਂ ਇਜ਼ਰਾਈਲ ਵਾਲਿਆਂ ਨੇ ਆਲਰੇਡੀ ਜਿਹੜਾ ਮਾਰ ਦਿੱਤਾ ਹੈਗਾ। ਸੋ US ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਅਸੀਂ ਪੂਰਾ ਜਿਹੜਾ ਕੰਟਰੋਲ ਆ ਸਕਾਈਜ਼ ਦਾ ਓਵਰ ਈਰਾਨ ਉਹ ਲੈ ਸਕਦੇ ਆ ਆਪਣੇ ਅੰਡਰ। ਸੋ ਤਾਂ ਕਿ ਜੋ ਵੀ ਈਰਾਨ ਵਾਲੇ ਕੋਈ ਮਿਜ਼ਾਈਲ ਛੱਡਦੇ ਤਾਂ ਉੱਥੇ ਹੀ ਜਿਹੜੀ ਆ ਉਸ ਨੂੰ ਦੱਬਿਆ ਜਾ ਸਕੇ। ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਬੈਟਰ ਦੈਨ ਏ ਸੀਜ਼ ਫਾਇਰ ਦੇਖ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ। ਹਜੇ ਤੱਕ ਇਹ ਕਲੀਅਰ ਨਹੀਂ ਹੈਗਾ ਵੀ ਇਹਦਾ ਮਤਲਬ ਜਿਹੜਾ ਕੀ ਹੈਗਾ। ਈਰਾਨ ਤੇ ਇਜ਼ਰਾਈਲ ਲਗਾਤਾਰ 5ਵੇਂ ਦਿਨ ਇਸ ਕਨਫਲਿਕਟ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਾਰ ਕਰ ਰਹੇ ਹੈਗੇ ਆ। ਦੋਨਾਂ ਮੁਲਕਾਂ ਦੇ ਵਿੱਚ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈਗੀ ਆ, ਇਜ਼ਰਾਈਲ ਵਿੱਚ ਵੀ ਤੇ ਈਰਾਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ ਬਿਲਕੁਲ। ਸੋ ਸਿਚੁਏਸ਼ਨ ਰੂਮ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹ ਸੀਗੇ, ਜਿੱਥੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਨਾਲ ਹੈਗਸਥ ਜੋ ਸਾਡੇ ਡਿਫੈਂਸ ਦੇ ਸਕੱਤਰ ਆ ਉਹ ਵੀ ਨਾਲ ਮੌਜੂਦ ਸੀਗੇ। ਨੈਸ਼ਨਲ ਸਿਕਿਉਰਿਟੀ ਦੀ ਟੀਮ ਨੂੰ ਉਹਨਾਂ ਨੇ ਉੱਥੋਂ ਤੁਰਨ ਤੋਂ ਪਹਿਲਾਂ, ਕੈਨੇਡਾ ਤੋਂ ਤੁਰਨ ਤੋਂ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ ਵੀ ਸਾਰੇ ਜਾਣੇ ਵਾਪਸ ਵਾਸ਼ਿੰਗਟਨ DC ਦੇ ਵਿੱਚ ਪਹੁੰਚੋ ਤਾਂ ਜੋ ਮਸਲੇ ਦੇ ਉੱਤੇ ਵਿਚਾਰ ਜਿਹੜੀ ਉਹ ਕੀਤੀ ਜਾਵੇ। ਕੱਲ ਜਦ ਤਹਿਰਾਨ ਨੂੰ ਖਾਲੀ ਕਰਨ ਦਾ ਟਵੀਟ ਕੀਤਾ ਸੀਗਾ ਵੀ ਭਾਈ ਉੱਥੋਂ ਛੱਡ ਕੇ ਤੁਸੀਂ ਚਲੇ ਜਾਓ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਵਾਪਸ ਉੱਥੋਂ ਮੁੜ ਆਏ ਸੀਗੇ। ਸੋ ਵਾਈਟ ਹਾਊਸ ਨੇ ਕਹਿੰਦੇ ਵੀ ਡਿਸਕਸ ਕੀਤਾ ਆ ਵੀ ਇਰਾਨੀਅਨ ਦੇ ਨਾਲ ਡਾਇਰੈਕਟਲੀ ਵੀ ਜਿਹੜਾ ਉਹ ਮੀਟ ਕੀਤਾ ਜਾ ਸਕਦਾ ਆ ਇਸ ਹਫਤੇ ਦੇ ਵਿੱਚ, ਪਰ ਕਹਿੰਦੇ ਵੀ ਡਿਪੈਂਡ ਕਰਦਾ ਆ ਵੀ ਜਦ ਮੈਂ ਵਾਪਸ ਵਾਸ਼ਿੰਗਟਨ ਪਹੁੰਚਦਾ ਆ ਤੇ ਉਦੋਂ ਉੱਥੇ ਕੀ ਹੁੰਦਾ ਆ। ਇਜ਼ਰਾਈਲੀ ਜਿਹੜੇ ਅਧਿਕਾਰੀ ਆ ਉਹ ਲਗਾਤਾਰ ਇਹ ਕਹਿ ਰਹੇ ਆ ਵੀ US ਨੂੰ ਕਿਸੇ ਨਾ ਕਿਸੇ ਮੌਕੇ ਦੇ ਉੱਤੇ ਇਸ ਲੜਾਈ ਦੇ ਵਿੱਚ ਕੁੱਦਣਾ ਪਵੇਗਾ।
ਤੇ ਕਹਿੰਦੇ ਵੀ ਜਿਹੜੀ ਇਰਾਨ ਦੀ ਅੰਡਰਗਰਾਉਂਡ ਐਨਰਿਚਮੈਂਟ ਫੈਸਿਲਿਟੀ ਆ ਉਸ ਨੂੰ ਯੂਐਸ ਦੇ ਦੁਆਰਾ ਬੰਬ ਕਰਨਾ ਪਊਗਾ। ਯੂਐਸ ਦੇ ਦੁਆਰਾ, ਟਰੰਪ ਹੁਣਾਂ ਦੇ ਦੁਆਰਾ ਤੇ ਹੋਰ ਅਧਿਕਾਰੀਆਂ ਦੁਆਰਾ ਇਹ ਬਾਰ-ਬਾਰ ਆਖਿਆ ਜਾ ਰਿਹਾ ਵੀ ਜਿੰਨੀ ਦੇਰ ਤੱਕ ਇਰਾਨ ਅਮਰੀਕਨ ਜਾਂ ਟਰੂਪਸ ਦੇ ਉੱਤੇ ਜਾਂ ਉਹਨਾਂ ਦੇ ਜਿਹੜੇ ਇਲਾਕਿਆਂ ਦੇ ਉੱਤੇ ਜਾਂ ਅਮਰੀਕਨਸ ਦੇ ਉੱਤੇ ਜੇ ਹਮਲਾ ਨਹੀਂ ਕਰਦੇ ਤਾਂ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਆਵਾਂਗੇ। ਪਰ ਇਜ਼ਰਾਈਲ ਅਮਰੀਕਾ ਨੂੰ ਧੱਕੇ ਨਾਲ ਇਸ ਲੜਾਈ ਦੇ ਵਿੱਚ ਪਾਉਣ ਨੂੰ ਕਾਹਲਾ ਜਿਹੜਾ ਉਹ ਪੈ ਰਿਹਾ ਹੈਗਾ ਆ। ਯੂਐਸ ਨੇ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਹੁਣ ਤੱਕ ਮਦਦ ਕੀਤੀ ਆ, ਜਿੱਥੇ ਈਰਾਨ ਤੋਂ ਆ ਰਹੀਆਂ ਕਈ ਮਿਜ਼ਾਈਲਸ ਨੂੰ ਵੀ ਉਹਨਾਂ ਨੇ ਰਸਤੇ ਦੇ ਵਿੱਚ ਨਸ਼ਟ ਕੀਤਾ ਆ। ਪਰ ਕਹਿੰਦੇ ਵੀ offensive ਆਪਰੇਸ਼ਨਸ ਦੇ ਵਿੱਚ ਹਿੱਸਾ ਲੈਣ ਤੋਂ ਜਿਹੜਾ ਆ ਸਿੱਧਾ ਹਾਲ ਦੀ ਘੜੀ ਅਮਰੀਕਾ ਦੀ ਨਾ ਆ। ਸੋ ਟਰੰਪ ਹੁਣਾਂ ਤੇ ਖਾਸਾ ਦਬਾਅ ਜਿਹੜਾ ਕਹਿੰਦੇ ਵੀ ਪਾਇਆ ਜਾ ਰਿਹਾ ਆ ਵੀ ਉਹ ਇਸ ਲੜਾਈ ਦੇ ਵਿੱਚ ਆ ਜਾਣ। ਪਰ ਕਹਿ ਸਕਦੇ ਵੀ ਉਹਨਾਂ ਦੇ ਸਰੀਰ ਦੇ ਜਿੰਨੇ ਵੀ ਫਾਈਬਰ ਆ ਉਹ ਉਸ ਚੀਜ਼ ਦੇ ਉਲਟ ਨੇ। ਰੀਜ਼ਨ ਇਹ ਆ ਵੀ ਉਹ ਬਾਰ-ਬਾਰ ਆਪਣੇ ਕੈਂਪੇਨ ਤੋਂ ਲੈ ਕੇ ਹੁਣ ਤੱਕ ਲੜਾਈ ਦੇ ਉਲਟ ਭਾਵਨਾ ਲੈ ਕੇ ਜਿਹੜਾ ਉਹ ਚੱਲ ਰਹੇ ਆ, ਉਹ ਬਿਜ਼ਨਸ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਟਰੰਪ ਹੁਣਾਂ ਦੀ ਟੀਮ ਨੇ ਇੱਕ ਵਾਰੀ ਫਿਰ ਈਰਾਨ ਦੇ ਨਾਲ ਇਸ ਹਫ਼ਤੇ 'ਚ ਫਿਰ ਨਿਊਕਲੀਅਰ ਡੀਲ ਨੂੰ ਲੈ ਕੇ ਗੱਲਬਾਤ ਕਰਨ ਦੀ ਜਿਹੜੀ ਇੱਛਾ ਆ ਉਹ ਮੋਰੇ ਰੱਖੀ ਹੈਗੀ ਆ। ਸੋ ਵਾਈਟ ਹਾਊਸ ਕਹਿੰਦੇ ਵੀ ਡਿਸਕਸ ਕਰ ਰਿਹਾ ਇਸ ਟਾਈਮ ਪੋਸੀਬਿਲਿਟੀ ਯੂਐਸ ਦੇ ਜਿਹੜੇ ਐਨਵਾਈ ਸਟੀਵ ਵਿਟਕੌਫ ਤੇ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਾਗਾਚੀ ਵੀ ਉਹਨਾਂ ਦੀ ਆਪਸ 'ਚ ਮੁਲਾਕਾਤ ਜਿਹੜੀ ਉਹ ਹੋਵੇ ਤਾਂ ਜੋ ਨਿਊਕਲੀਅਰ ਡੀਲ ਕੋਈ ਨਾ ਕੋਈ ਇਹਨਾਂ ਦੇ ਵਿੱਚ ਬਣ ਜਿਹੜੀ ਹੋ ਸਕੇ। ਸੋ ਇਸ ਟਾਈਮ ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਈਰਾਨ ਤੇ ਇਜ਼ਰਾਈਲ ਦਾ ਜਿਹੜਾ ਰੌਲਾ ਰੱਪਾ ਆ ਉਹ ਖਾਸਾ ਤੇਜ਼ ਆ। ਇਜ਼ਰਾਈਲ ਬਾਰ-ਬਾਰ ਜਿਹੜੇ ਆ ਉਹ ਇਹ ਕਹਿ ਰਿਹਾ ਵੀ ਈਰਾਨ ਨੇ ਹੁਣ ਤਕਰੀਬਨ ਪਰਮਾਣੂ ਹਥਿਆਰ ਜਿਹੜਾ ਉਹ ਬਣਾ ਹੀ ਲਿਆ ਆ ਤੇ ਅਮਰੀਕਾ ਨੂੰ ਇਹ ਕਹਿ ਰਿਹਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਇਰਾਕ ਦੇ ਉੱਤੇ ਵੀ ਹਮਲਾ ਕੀਤਾ ਸੀ ਵੈਪਨ ਆਫ ਮਾਸ ਡਿਸਟਰਕਸ਼ਨ ਕਹਿ ਕੇ ਕਾਂਗਰਸ ਦੇ ਵਿੱਚ ਕਿੱਦਾਂ ਜਿਹੜਾ ਉਹ ਵਾਰ ਦੇ ਵਿੱਚ ਗਏ ਸੀਗੇ ਤੇ ਬਾਅਦ 'ਚ ਪਤਾ ਲੱਗਾ ਵੀ ਉਹਨਾਂ ਕੋਲ ਤਾਂ ਉਦਾਂ ਦੀ ਚੀਜ਼ ਕੋਈ ਨਿਕਲੀ ਨਹੀਂ ਸੀ। ਹੁਣ ਇਸ ਚੀਜ਼ ਦੇ ਵਿੱਚ ਇਜ਼ਰਾਈਲ ਦੀ ਗੱਲ 'ਚ ਕਿੰਨਾ ਸੱਚਾਈ ਆ, ਕਿੰਨਾ ਕੁ ਦਮ ਆ, ਕਿਹੜੇ ਪ੍ਰਮਾਣ ਨੇ, ਉਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਜਿਸ ਦੇ ਆਧਾਰ ਦੇ ਉੱਤੇ ਅਮਰੀਕਾ ਆਪਣਾ ਅਗਲਾ ਫੈਸਲਾ ਲੈ ਸਕਦਾ ਹੈ। ਜੀ ਬਿਲਕੁਲ। ਸੋ ਟਰੰਪ ਨੇ ਇਹ ਕਿਹਾ ਵੀ ਫਰਦਰ ਐਕਸ਼ਨ ਆਪਾਂ ਲਵਾਂਗੇ, ਕਿਸ ਤਰ੍ਹਾਂ ਜਿਹੜਾ ਈਰਾਨ ਆ ਉਹ ਯੂਰੇਨੀਅਮ ਇਨਰਿਚਮੈਂਟ ਨੂੰ ਸਟਾਪ ਕਰ ਸਕਦਾ ਹੈਗਾ। ਤੇ ਇਹਦੇ ਸੰਬੰਧ ਦੇ ਵਿੱਚ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸਟਾਰਮਰ ਉਹਨਾਂ ਨੇ ਇਹ ਕਿਹਾ ਵੀ ਮੇਰੀ ਜਦੋਂ ਗੱਲਬਾਤ ਹੋਈ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਡਾਇਰੈਕਟਲੀ ਇਨਵੋਲਵ ਨਹੀਂ ਹੋਣਾ ਚਾਹੁੰਦੇ ਈਰਾਨ ਦੇ ਕਨਫਲਿਕਟ ਦੇ ਵਿੱਚ। ਜਿਹੜਾ ਗੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕਹੀ ਗਈ ਸੀ ਵੀ ਤਹਿਰਾਨ ਦੇ ਲੋਕ ਜੋ ਆ ਉਹ ਇਵੈਕੂਏਟ ਕਰ ਜਾਣ, ਹੁਣ 10 ਮਿਲੀਅਨ ਲੋਕ ਜੋ ਰਹਿੰਦੇ ਆ, ਕਹਿੰਦੇ ਵੀ ਇਹ ਫੀਜ਼ੀਬਲ ਹੀ ਨਹੀਂ ਹੈ ਇੰਨੇ ਲੋਕਾਂ ਨੂੰ ਉਸ ਸ਼ਹਿਰ ਨੂੰ ਇਵੈਕੂਏਟ ਕਰਨਾ। 10 ਮਿਲੀਅਨ ਲੋਕਾਂ ਦਾ ਮੂਵ ਕਰਨਾ ਬਹੁਤ ਔਖਾ ਹੁੰਦਾ ਹੈਗਾ। ਸੋ ਬਹੁਤੇ ਇਰਾਨੀਅਨ ਜਿਹੜੇ ਆ ਉਹ ਹਾਲਾਂਕਿ ਕਈ ਆਪਣੇ ਜਿਹੜੇ ਉਹਨਾਂ ਦੇ ਪੋਲੀਟੀਸ਼ੀਅਨ ਆ ਉਹਨਾਂ ਤੋਂ ਔਖੇ ਹੈਗੇ ਆ ਆਪਣੀ ਸਰਕਾਰ ਤੋਂ, ਪਰ ਉਹ ਇਸ ਗੱਲੋਂ ਵੀ ਖੁਸ਼ ਨਹੀਂ ਹੈਗੇ ਵੀ ਨੇਤਨਯਾਹੂ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਜ਼ੁਲਮ ਕਰ ਰਿਹਾ ਗਾਜ਼ਾ ਵਿੱਚ ਵੀ ਤੇ ਹੁਣ ਉਹਨਾਂ ਦੇ ਉੱਤੇ ਵੀ। ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਅਸੀਂ ਬਹੁਤ ਸਾਰੀਆਂ ਜੋ ਮਿਜ਼ਾਈਲਸ ਆ ਉਹ ਇੰਟਰਸੈਪਟ ਕਰ ਲਈਆਂ, ਖਾਸ ਕਰਕੇ ਜਿਹੜੀਆਂ ਈਰਾਨ ਤੋਂ ਆਈਆਂ ਹੈਗੀਆਂ, ਪਰ ਕਈਆਂ ਨੇ ਜਿਹੜੀਆਂ ਇੱਕ ਜਗ੍ਹਾ ਬੱਸ ਸਟੇਸ਼ਨ ਆ ਉੱਥੇ ਵੀ ਹਿੱਟ ਕੀਤਾ ਹੈਗਾ। ਤੇ ਇਸੇ ਤਰ੍ਹਾਂ ਇਜ਼ਰਾਈਲ ਵਾਲੇ ਇਹ ਕਹਿ ਰਹੇ ਵੀ ਸਾਡਾ ਗੋਲ ਇਹ ਨਹੀਂ ਹੈ ਵੀ ਈਰਾਨ ਦਾ ਜਿਹੜੀ ਸਰਕਾਰ ਆ ਜਾਂ ਰਜੀਮ ਆ ਉਹਨੂੰ ਚੇਂਜ ਕਰਨਾ। ਸਾਡਾ ਗੋਲ ਇਹ ਆ ਵੀ ਈਰਾਨ ਵਾਲਿਆਂ ਦਾ ਜਿਹੜਾ ਨਿਊਕਲੀਅਰ ਦੀ ਜੋ ਉਹਨਾਂ ਦੀ ਡਿਵੈਲਪਮੈਂਟ ਆ ਉਹ ਟੋਟਲੀ ਬੰਦ ਕੀਤੀ ਜਾਵੇ। ਸੋ ਰਿਸਕ ਬਹੁਤ ਜ਼ਿਆਦਾ ਆ ਜੇ ਇਜ਼ਰਾਈਲ ਵਾਲੇ ਇਰਾਨੀਅਨ ਨਿਊਕਲੀਅਰ ਫੈਸਿਲਿਟੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਹਿੱਟ ਕਰਦੇ ਹੈਗੇ ਆ। ਕਹਿੰਦੇ ਵੀ ਇਹ ਡਿਜ਼ਾਸਟਰ ਹੋ ਸਕਦਾ ਜਿੱਦਾਂ ਚਰਨੋਬਲ ਜਾਂ ਫੁਕੂਸ਼ੀਮਾ ਦੇ ਵਿੱਚ ਹੋਇਆ ਸੀ, ਉਹ ਪਿਛਲੇ ਸਮਿਆਂ 'ਚ ਅਸੀਂ ਦੇਖਿਆ ਸੀ। ਪਰ ਜੋ ਕੁਝ ਵੀ ਆ ਹੁਣ ਤੱਕ ਡੀ ਐਸਕਲੇਸ਼ਨ ਦੇ ਕੋਈ ਵੀ ਸਾਈਨ ਦਿਸ ਨਹੀਂ ਰਹੇ ਹੈਗੇ। ਇਜ਼ਰਾਈਲ ਤੇ ਈਰਾਨ ਤੇ ਤੁਸੀਂ ਆਮ ਦੇਖ ਸਕਦੇ ਆ ਵੀ ਬੋਡੀਜ਼ ਲੈ ਕੇ ਲੋਕ ਜਾ ਰਹੇ ਆ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ। 450 ਦੇ ਕਰੀਬ ਲੋਕਾਂ ਦੀ ਮੌਤ ਈਰਾਨ ਵਿੱਚ ਹੋ ਚੁੱਕੀ ਆ, ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਉਹ ਦੱਸ ਰਹੀਆਂ। ਜੀ ਬਿਲਕੁਲ। ਅਗਲੀ ਜਿਹੜੀ ਇਸੇ ਚੀਜ਼ ਦੇ ਵਿੱਚ ਜਿਹੜੀ ਅਪਡੇਟਸ ਆ ਰਹੀ ਆ, ਕਹਿੰਦੇ ਵੀ ਈਰਾਨ ਦਾ ਜਿਹੜਾ ਲੀਡਰ ਹੈਗੇ ਆ 86 ਸਾਲਾਂ ਦਾ ਉਹਨਾਂ ਦਾ ਜਿਹੜਾ ਸੁਪਰੀਮ ਲੀਡਰ ਆ ਆਇਤੁੱਲਾ ਅਲੀ ਖਮੀਨੀ, ਕਹਿੰਦੇ ਵੀ ਉਹ ਹੁਣ ਇਕੱਲਾ ਜਿਹੜਾ ਉਹ ਅਲੱਗ ਥਲੱਗ ਪੈਂਦਾ ਜਿਹੜਾ ਉਹ ਨਜ਼ਰ ਆ ਰਿਹਾ। ਰੀਜ਼ਨ ਕੀ ਆ ਵੀ ਇਜ਼ਰਾਈਲ ਦੇ ਦੁਆਰਾ
ਬਹੁਤ ਸਾਰੇ ਜਿਹੜੇ ਉਸਦੇ ਨਜ਼ਦੀਕੀ ਕਰੀਬੀ ਕੈਬਨਿਟ ਜਿਹੜੇ ਜਰਨੈਲ ਸਾਇੰਟਿਸਟ ਉਹਨਾਂ ਨੂੰ ਮਾਰ ਮੁਕਾਇਆ ਆ। ਮਸਾਦ ਨੇ ਵੱਡੇ ਪੱਧਰ ਦੇ ਉੱਤੇ ਈਰਾਨ ਦੇ ਅੰਦਰ ਘੁਸਪੈਠ ਕੀਤੀ ਹੋਈ ਸੀ, ਜਿਹੜੇ ਅੰਦਰੋਂ ਜਾ ਕੇ ਉਹਨਾਂ ਨੇ ਇਸ ਹਮਲਿਆਂ ਨੂੰ ਵੀ ਅੰਜਾਮ ਦਿੱਤਾ ਹੈਗਾ ਆ। ਕੁਛ ਮਹੀਨੇ ਪਹਿਲਾਂ ਹਜ਼ਬੁੱਲਾ ਦੇ ਵੱਡੇ ਜਿਹੜੇ ਆਪਰੇਟਿਵ ਸੀਗੇ, ਮੇਨ ਲੀਡਰ ਸੀਗੇ, ਉਹਨਾਂ ਨੂੰ ਪੇਜਰ ਦੇ ਜ਼ਰੀਏ ਜਿਹੜਾ ਆ ਉਸ ਦੇ ਵਿੱਚ ਧਮਾਕਾ ਕਰਕੇ ਇਜ਼ਰਾਈਲ ਨੇ ਜਿਹੜਾ ਉਹ ਮਾਰ ਦਿੱਤਾ ਸੀਗਾ। ਖਮੀਨੀ ਨੂੰ ਇੱਕ ਟਾਈਮ ਦੇ ਉੱਤੇ ਮਾਰਨ ਦੀ ਗੱਲ ਨੇਤਨਯਾਹੂ ਨੇ ਜਿਹੜੀ ਉਹ ਕੀਤੀ ਸੀ, ਤੇ ਕਹਿੰਦੇ ਜੋ ਰਿਪੋਰਟਸ ਦੱਸ ਰਹੀਆਂ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਵੀ ਟਰੰਪ ਹੋਣਾ ਨੇ ਖਮੀਨੀ ਨੂੰ ਮਾਰਨ ਤੋਂ ਰੋਕ ਜਿਹੜੀ ਉਹ ਲਾ ਦਿੱਤੀ ਸੀ ਵੀ ਭਾਈ ਇਹ ਕੰਮ ਤੁਸੀਂ ਉੱਥੇ ਨਾ ਜਿਹੜਾ ਉਹ ਕਰਿਓ। ਸੋ ਕਾਫੀ ਜ਼ਿਆਦਾ ਇਸ ਟਾਈਮ ਕਹਿ ਸਕਦੇ ਵੀ ਈਰਾਨ ਬੈਕਫੁੱਟ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਰੀਜ਼ਨ ਇਹੀ ਆ ਵੀ ਜਿਹੜਾ ਈਰਾਨ ਦਾ ਸੁਪਰੀਮ ਲੀਡਰ ਆ ਉਹ ਇਸ ਟਾਈਮ ਅਲੱਗ-ਥਲੱਗ ਪੈਂਦਾ ਨਜ਼ਰ ਆ ਰਿਹਾ ਹੈਗਾ ਆ। ਹਾਲ ਦੀ ਘੜੀ ਜਿਹੜਾ ਖਮੀਨੀ ਦਾ ਮੁੰਡਾ ਆ ਉਹ ਕਹਿੰਦੇ ਵੀ ਇਸ ਟਾਈਮ ਅੱਗੇ ਜਿਹੜਾ ਉਹ ਉੱਭਰ ਕੇ ਆ ਰਿਹਾ ਆ। ਇਹ ਹੁਣ ਦੇਖਦੇ ਆ ਵੀ ਅੱਗੇ ਕੀ ਬਣਦਾ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਪੂਰੀ ਫੋਰਨ ਪਾਲਿਸੀ ਦੀ ਟੀਮ ਹੈਗੀ ਆ, ਉਹ ਕੈਂਪ ਡੇਵਿਡ ਦੇ ਵਿੱਚ ਇਸ ਟਾਈਮ ਦੇ ਉੱਤੇ ਮੀਟਿੰਗ ਕਰ ਰਹੀ ਹੈਗੀ ਆ ਈਰਾਨ ਨਿਊਕਲੀਅਰ ਕ੍ਰਾਈਸਿਸ ਨੂੰ ਲੈ ਕੇ, ਵੀ ਕਿਸ ਤਰ੍ਹਾਂ ਇਹਨੂੰ ਜਿਹੜਾ ਹੈਂਡਲ ਕੀਤਾ ਜਾਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਕਰਦੇ ਹਾਂ, ਇਸ ਟਾਈਮ ਯਾਦ ਹੋਣਾ ਆ ਵੀਕਐਂਡ ਦੇ ਉੱਤੇ ਕਿਸ ਤਰੀਕੇ ਦੇ ਨਾਲ ਇੱਕ ਬੰਦੇ ਦੇ ਦੁਆਰਾ ਜਿਹੜੇ ਲਾਅ ਮੇਕਰਸ ਆ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਜਿਹੜੀਆਂ ਉਹ ਗੋਲੀਆਂ ਮਾਰੀਆਂ ਗਈਆਂ। 2 ਜਾਣੇ ਜਿਹੜੇ ਉਸ ਦੇ ਵਿੱਚ ਮਰ ਵੀ ਗਏ। ਹੁਣ ਕਹਿੰਦੇ ਵੀ ਮੈਂਬਰਸ ਆਫ ਕਾਂਗਰਸ ਨੂੰ ਜਿਹੜੇ ਥ੍ਰੈਟ ਆ ਰਹੇ ਆ ਉਹ ਲਗਾਤਾਰ ਵੱਧ ਰਹੇ ਆ। ਸਿਕਿਉਰਿਟੀ ਅਧਿਕਾਰੀ ਲਗਾਤਾਰ ਸੈਨੇਟਰਸ ਨੂੰ ਜਿਹੜਾ ਉਹ ਕਹਿ ਰਹੇ ਆ ਵੀ ਐਮਰਜੈਂਸੀ ਬਰੀਫਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਆ, ਜਿਹੜੇ ਮਿਨੀਸੋਟਾ ਦੇ ਸਟੇਟ ਲਾਅ ਮੇਕਰ ਨੂੰ ਉਹਦੇ ਘਰ ਦੇ ਵਿੱਚ ਵੀਕਐਂਡ ਦੇ ਉੱਤੇ ਜਿਹੜਾ ਉਹ ਮਾਰਿਆ ਗਿਆ ਸੀ। ਯੂਐਸ ਕੈਪੀਟਲ ਪੁਲਿਸ ਦੇ ਲੀਡਰ ਤੇ ਸੈਨੇਟ ਸਿਕਿਉਰਿਟੀ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਥ੍ਰੈਟ ਆ ਹੁਣ ਇਲੈਕਟਡ ਅਫੀਸ਼ੀਅਲਸ ਦੇ ਉੱਤੇ, ਚਾਹੇ ਉਹ ਫੈਡਰਲ ਲਾਅ ਮੇਕਰਸ ਆ, ਉਹ ਬਹੁਤ ਜ਼ਿਆਦਾ ਡਰਾਮੈਟਿਕਲੀ ਜਿਹੜੇ ਇਨਕਰੀਜ਼ ਹੋਏ ਆ। ਸੈਨੇਟ ਡੈਮੋਕ੍ਰੇਟ ਲੀਡਰ ਚੱਕ ਸ਼ੂਮਰ ਨੇ ਇਸ ਬਰੀਫਿੰਗ ਤੋਂ ਬਾਅਦ ਦੇ ਵਿੱਚ ਕਿਹਾ ਆ ਤੇ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਸਾਨੂੰ ਹੋਰ ਸੁਰੱਖਿਆ ਦੀ ਲੋੜ ਪਵੇਗੀ। ਜਿਹੜਾ ਸਸਪੈਕਟ ਮਿਨੇਸੋਟਾ ਦੇ ਅਟੈਕ ਦੇ ਵਿੱਚ ਸ਼ਾਮਲ ਸੀਗਾ, ਜਿਸਨੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ, ਉਸ ਦੀ ਲਿਸਟ ਦੇ ਉੱਤੇ ਜਿਹੜੇ ਦਰਜਨਾਂ ਹੀ ਹੋਰ ਜਿਹੜੇ ਮੈਂਬਰਸ ਆਫ ਕਾਂਗਰਸ ਜਿਹੜੀ ਸੀਗੀ ਰਾਈਟਿੰਗ ਦੇ ਵਿੱਚ, ਮੋਸਟਲੀ ਜਿਹੜੇ ਉਹ ਡੈਮੋਕ੍ਰੈਟਿਕ ਮੈਂਬਰਸ ਆਫ ਕਾਂਗਰਸ ਜਿਹੜੇ ਆ ਉਹਨਾਂ ਦੀ ਲਿਸਟ ਜਿਹੜੀ ਉਹਨੇ ਬਣਾਈ ਪਈ ਸੀ। ਉਹਦੇ ਵਿੱਚ ਸਟੇਟ ਲਾਅ ਮੇਕਰਸ ਜਿਹੜੇ ਉਹ ਸੀਗੇ ਤੇ ਕਹਿੰਦੇ ਵੀ ਇਹ ਇਰਾਦਾ ਸੀ ਉਸਦਾ ਵੀ ਇਹਨਾਂ ਸਾਰਿਆਂ ਨੂੰ ਵਾਰੀ-ਵਾਰੀ ਸਿਰ ਮਾਰਨਾ ਆ। ਜਿਹੜਾ ਬੰਦਾ ਇਸ ਦੇ ਵਿੱਚ ਹੁਣ ਫੜਿਆ ਗਿਆ ਸੀਗਾ, ਉਸਨੇ ਜਿਹੜੇ ਸਾਬਕਾ ਡੈਮੋਕ੍ਰੈਟਿਕ ਹਾਊਸ ਦੀ ਸਪੀਕਰ ਮਲੀਸਾ ਹਾਰਟਮੈਨ, ਉਸਦੇ ਘਰ ਵਾਲੇ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਕਹਿੰਦੇ ਵੀ ਇਹਦੇ ਕਰਕੇ ਹੁਣ ਕਾਂਗਰਸ ਦੇ ਵਿੱਚ ਵੀ ਖਲਬਲੀ ਜਿਹੜੀ ਇਸ ਟਾਈਮ ਇਸ ਸੰਬੰਧ ਦੇ ਵਿੱਚ ਮਚੀ ਪਈ ਆ ਵੀ ਇਦਾਂ ਦੇ ਜਿਹੜੇ ਥ੍ਰੈਟ ਆ ਰਹੇ ਆ ਉਹਨਾਂ ਨੂੰ ਸਾਨੂੰ ਹੁਣ ਬਹੁਤ ਜ਼ਿਆਦਾ ਸੀਰੀਅਸਲੀ ਜਿਹੜਾ ਉਹ ਲੈਣਾ ਪਵੇਗਾ। ਕਹਿੰਦੇ ਵੀ ਜਿਹੜੇ ਕ੍ਰੈਡੀਬਲ ਥ੍ਰੈਟਸ ਵੀ ਜਿਨ੍ਹਾਂ ਦੇ ਪਿੱਛੇ ਲੱਗਦਾ ਵੀ ਕੱਲਾ ਉਦਾਂ ਹੀ ਹਵਾ 'ਚ ਮਾਰੀ ਹੋਈ ਗੱਲ ਨਹੀਂ ਆ, ਵੀ ਹਾਂ ਵਾਕਿਆ ਹੀ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਆ। ਉਹ ਕਹਿੰਦੇ ਵੀ ਪਿਛਲੇ ਦਹਾਕੇ ਦੇ ਵਿੱਚ ਇਦਾਂ ਦੇ ਜਿਹੜੇ ਖਤਰੇ ਆ ਉਹ ਦੁੱਗਣੇ ਹੋ ਚੁੱਕੇ ਆ। ਸੋ ਕਹਿੰਦੇ ਵੀ ਇਹ ਅਨਕਲੀਅਰ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣੂਗਾ, ਕਿਉਂਕਿ ਹਾਲ ਦੀ ਘੜੀ ਜਿਹੜੇ GOP ਦੇ ਟੈਕਸਸ ਦੇ ਸੈਨੇਟਰ ਜੌਨ ਕਾਰਬਾਈਨ, ਉਹਨਾਂ ਨੇ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਿਹਾ, ਕਹਿੰਦੇ ਵੀ ਇਹ ਤਾਂ ਰਿਸੋਰਸ ਇਸ਼ੂ ਆ ਤੇ ਆਪਾਂ ਆਊਟ ਆਫ ਪ੍ਰਪੋਰਸ਼ਨ ਜਿਹੜਾ ਇਸ ਦੇ ਉੱਤੇ ਓਵਰ ਰਿਐਕਸ਼ਨ ਨਹੀਂ ਦੇਣਾ। ਯੂਐਸ ਕੈਪੀਟਲ ਪੁਲਿਸ ਦਾ ਜਿਹੜੀ ਥ੍ਰੈਟ ਅਸੈਸਮੈਂਟ ਸੈਕਸ਼ਨ ਆ, ਉਸ ਨੇ ਹੁਣ ਤੱਕ 9474 ਜਿਹੜੀਆਂ ਕੰਸਰਨਿੰਗ ਸਟੇਟਮੈਂਟਸ ਤੇ ਜਿਹੜੇ ਡਾਇਰੈਕਟ ਥ੍ਰੈਟ ਆ ਮੈਂਬਰਸ ਆਫ ਕਾਂਗਰਸ ਦੇ ਉਲਟ ਜਿਹੜੇ ਪਿਛਲੇ ਸਾਲ ਚ ਆਏ ਆ, ਉਹ ਜਿਹੜੇ ਉਹਨਾਂ ਨੇ ਇਨਵੈਸਟੀਗੇਟ ਕੀਤੇ ਆ। ਕਹਿੰਦੇ ਵੀ 2021 ਤੋਂ ਬਾਅਦ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਜਿਹੜਾ ਆ ਉਹ ਸਾਹਮਣੇ ਜਿਹੜਾ ਉਹ ਆਇਆ ਆ। ਸੋ ਇਹ ਉਹੀ ਸਾਲ ਸੀਗਾ ਹਰਜੋਤ ਸਿੰਘ ਜੀ ਜਦੋਂ ਕੈਪੀਟਲ ਦੇ ਉੱਤੇ ਜਿਹੜੀ ਭੀੜ ਆ ਉਹ ਪਹੁੰਚ ਗਈ ਸੀਗੀ। 2017 ਦੇ ਵਿੱਚ ਇਹ ਨੰਬਰ 3939 ਦੇ ਉੱਤੇ ਜਿਹੜਾ ਉਹ ਸੀਗਾ ਤੇ ਹੁਣ ਵੱਧ ਕੇ 9474 ਤੱਕ ਪਹੁੰਚ ਚੁੱਕਾ ਆ। ਪਰ ਇਹ ਆ ਵੀ ਓਵਰਆਲ ਕਾਂਗਰਸ ਵਾਲੇ ਵੀ ਜਿਹੜੇ ਹੁਣ ਕਿਤੇ ਨਾ ਕਿਤੇ ਡਰੇ ਬੈਠੇ ਆ ਵੀ ਕਿਤੇ ਸਾਨੂੰ ਵੀ ਇਸੇ ਤਰੀਕੇ ਦੇ ਨਾਲ
ਜਿਹੜੇ ਹਿੰਸਾ ਇਸ ਟਾਈਮ ਕਰ ਰਹੇ ਨੇ, ਖਾਸ ਕਰਕੇ ਪੋਲੀਟੀਕਲ ਅਸੈਸੀਨੇਸ਼ਨ ਜਾਂ ਪੋਲੀਟੀਕਲ ਵਾਇਲੈਂਸ ਦੇ ਵੱਲ ਨੂੰ ਲੋਕ ਜਿਹੜੇ ਤੁਰੇ ਹੋਏ ਆ, ਵੀ ਉਹਨਾਂ ਦੀ ਵੀ ਜਾਨ ਨੂੰ ਇਦਾਂ ਹੀ ਖਤਰਾ ਨਾ ਬਣ ਜਾਵੇ। ਬਿਲਕੁਲ, ਕਾਂਗਰਸ ਦੇ ਵਿੱਚ ਜੋ ਮਿਨੀਸੋਟਾ ਦੇ ਸਟੇਟ ਲਾ ਮੇਕਰ ਦੀ ਕਿਲਿੰਗ ਹੋਈ ਆ, ਉਹਦੇ ਸੰਬੰਧ ਦੇ ਵਿੱਚ ਜੋ ਕਾਂਗਰਸ ਆ ਉਹ ਹੁਣ ਸਿਕਿਉਰਿਟੀ ਨੂੰ ਲੈ ਕੇ ਕਾਫੀ ਵੱਡਾ ਇਸ਼ੂ ਬਣਾ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਹੈਗੇ ਆ। ਯੂਐਸ ਕੈਪੀਟਲ ਪੁਲਿਸ ਦੇ ਲੀਡਰ ਤੇ ਸੈਨੇਟ ਸਿਕਿਉਰਿਟੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਅਗੇਂਸਟ ਜਿਹੜੀਆਂ ਥ੍ਰੈਟਸ ਆ ਰਹੀਆਂ ਆ, ਉਹ ਇੱਕ ਬਹੁਤ ਖਤਰਨਾਕ ਹੈਗੀਆਂ। ਚੱਕ ਸ਼ੂਮਰ ਜੋ ਡੈਮੋਕ੍ਰੇਟਿਕ ਲੀਡਰ ਹੈਗਾ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜ਼ਿਆਦਾ ਪ੍ਰੋਟੈਕਸ਼ਨ ਦੀ ਜਿਹੜੀ ਜ਼ਰੂਰਤ ਹੈਗੀ ਆ, ਕਿਉਂਕਿ ਜਿਹੜਾ ਬੰਦਾ ਅਰੈਸਟ ਕੀਤਾ ਗਿਆ ਉਹਦੇ ਕੋਲ ਘੱਟੋ ਘੱਟ 6 ਹੋਰ ਜਿਹੜੇ ਯੂਐਸ ਦੇ ਕਾਂਗਰਸ ਲੀਡਰ ਸੀਗੇ, ਕਾਂਗਰਸ ਵੂਮਨ ਜਾਂ ਕਾਂਗਰਸਮੈਨ ਹੈਗੇ, ਉਹ ਉਹਦੀ ਹਿੱਟ ਲਿਸਟ ਦੇ ਉੱਤੇ ਸੀਗੇ। ਟੋਟਲ 70 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੀ ਲਿਸਟ ਬਣਾਈ ਹੋਈ ਸੀ ਜਿਨ੍ਹਾਂ ਨੂੰ ਉਸਨੇ ਮਾਰਨਾ ਸੀਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ। ਅਗਲੀ ਖਬਰ ਰਸ਼ੀਆ ਦੇ ਸੰਬੰਧ ਦੇ ਵਿੱਚ। ਰਸ਼ੀਆ ਨੇ ਇੱਕ ਵਾਰੀ ਫੇਰ ਡਰੋਨ ਛੱਡੇ ਆ ਯੂਕਰੇਨ ਦੀ ਰਾਜਧਾਨੀ ਕੀਵ ਵੱਲ, ਜਿਹਦੇ ਨਾਲ 10 ਲੋਕਾਂ ਦੀ ਮੌਤ ਹੋਈ ਆ। ਕਹਿੰਦੇ ਵੀ ਇਹ ਵਨ ਆਫ ਦਾ ਡੈਡਲੀਐਸਟ ਅਟੈਕ ਸੀ, ਕਿਉਂਕਿ ਇਹ ਅਪਾਰਟਮੈਂਟਾਂ ਦੇ ਉੱਤੇ ਜਾ ਕੇ ਜਿਹੜਾ ਆ ਡਰੋਨ ਨੇ ਬੰਬ ਸਿੱਟੇ ਹੈਗੇ ਆ। 100 ਤੋਂ ਵੱਧ ਲੋਕ ਜਿਹੜੇ ਫੱਟੜ ਹੋਏ ਹੈਗੇ ਆ। ਤੇ ਜੋ ਰਸ਼ੀਆ ਵਾਲੇ ਆ 에ਅਰ ਅਸੌਲਟਸ ਲਗਾਤਾਰ ਕਰ ਰਹੇ ਆ ਪਿਛਲੇ ਕਈ ਹਫ਼ਤਿਆਂ ਤੋਂ, ਤੇ ਵਰਲਡ ਲੀਡਰ ਜੋ ਆ ਕੈਨੇਡਾ ਦੇ ਵਿੱਚ ਇਕੱਠੇ ਹੋਏ ਹੈਗੇ ਆ, ਉਹ ਵੀ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਯੂਕਰੇਨ ਦੀ ਜਿਹੜੀ ਜੰਗ ਆ ਉਸ ਨੂੰ ਰੋਕਿਆ ਜਾਵੇ। ਜੀ ਬਿਲਕੁਲ। ਸਾਰੀਆਂ ਜੰਗਾਂ ਦੇ ਉਲਟ ਜਿਹੜੇ ਬਿਆਨ ਦੇਣ ਦੀ ਇਹਨਾਂ ਦੀ ਕੋਸ਼ਿਸ਼ ਜਿਹੜੀ ਉਹ ਸੀਗੀ ਹਰਜੋਤ ਸਿੰਘ ਜੀ, ਪਰ ਆਪਾਂ ਨੂੰ ਪਤਾ ਆ ਵੀ ਰਾਸ਼ਟਰਪਤੀ ਟਰੰਪ ਉਸ ਸਟੇਟਮੈਂਟ ਦੇ ਉੱਤੇ ਰਾਜ਼ੀ ਜਿਹੜੇ ਉਹ ਨਹੀਂ ਹੋਏ, ਤੇ ਬਗੈਰ ਸਾਈਨ ਕੀਤੇ 51ਵੀਂ ਜਿਹੜੀ G7 ਦੀ ਸਮਿਟ ਆ ਉਸ ਤੋਂ ਵਾਪਸ ਇੱਕ ਦਿਨ ਲਾ ਕੇ ਜਿਹੜਾ ਉਹ ਵਾਪਸ ਰਾਤ ਨੂੰ ਜਿਹੜੇ ਇੱਥੋਂ ਪਰਤ ਗਏ ਸੀਗੇ। ਹਰਜੋਤ ਸਿੰਘ ਜੀ, G7 ਸਮਿਟ ਦੀਆਂ ਹੋਰ ਗੱਲਾਂ ਤੇ ਇੰਡੀਆ ਨੂੰ ਲੈ ਕੇ ਸੀਸਿਸ ਦੀ ਜਿਹੜੀ ਨਵੀਂ ਰਿਪੋਰਟ, ਨਵਾਂ ਖੁਲਾਸਾ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਇੱਦਾਂ ਹੀ ਜਾਰੀ ਰਹੇਗਾ, ਅਪਡੇਟ ਅਮਰੀਕਾ, ਤੇ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਗਲੋਬ ਐਂਡ ਮੇਲ ਜੋ ਕੈਨੇਡਾ ਦਾ ਬਹੁਤ ਵੱਡਾ ਅਖਬਾਰ ਆ, ਉਹਨਾਂ ਨੇ ਰਿਪੋਰਟ ਛਾਪੀ ਆ ਵੀ ਇੰਡੀਆ ਹਜੇ ਵੀ ਕੈਨੇਡਾ ਦੇ ਵਿੱਚ ਬਹੁਤ ਵੱਡਾ ਥ੍ਰੈਟ ਹੈਗਾ। ਉੱਥੇ ਦੀ ਜਿਹੜੀ ਸੀਸਸ ਆ, ਕੈਨੇਡਾ ਦੀ ਜਿਹੜੀ ਏਜੰਸੀ ਹੈਗੀ ਆ, ਇਹ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਹੈਗੀ ਆ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਅਟੈਂਡ ਕਰ ਰਿਹਾ G7 ਸਮਿਟ, ਤੇ ਕੈਨੇਡਾ ਦੀ ਜਿਹੜੀ ਸਪਾਈ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਨਵੀਂ ਦਿੱਲੀ ਹਜੇ ਵੀ ਜੋ ਪਰਸਿਸਟੈਂਟ ਫੋਰਨ ਇੰਟਰਫੀਰੈਂਸ ਥ੍ਰੈਟ ਟੂ ਦਿਸ ਕੰਟਰੀ, ਵੀ ਕੈਨੇਡਾ ਨੂੰ ਹਜੇ ਵੀ ਬਹੁਤ ਵੱਡੀ ਥ੍ਰੈਟ ਹੈਗੀ ਆ। ਕੈਨੇਡਾ ਵਾਸਤੇ ਸਿੱਖਾਂ ਨੇ ਬਹੁਤ ਵੱਡੀ ਗਿਣਤੀ 'ਚ ਵਿਰੋਧ ਕੀਤਾ ਸੀ ਵੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਉੱਥੇ ਨਾ ਸੱਦਿਆ ਜਾਵੇ, ਕਿਉਂਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਉਸ ਤੋਂ ਬਾਅਦ ਹੋਰ ਜੋ ਫਰੌਤੀਆਂ ਹੋ ਰਹੀਆਂ ਹੈਗੀਆਂ ਉੱਥੇ, ਤੇ ਹੋਰ ਸਿੱਖਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ। ਪਿਛਲੇ ਸਮੇਂ ਦੇ ਵਿੱਚ ਕੈਨੇਡਾ ਨੇ ਕਈ ਇੰਡੀਆ ਦੇ ਕੌਂਸੂਲੇਟ ਆਫਿਸ ਦੇ ਜਿਹੜੇ EMPLOYEE ਸੀ ਉਹਨਾਂ ਨੂੰ ਕੱਢ ਵੀ ਦਿੱਤਾ ਸੀ, ਪਰ ਮਾਰਕ ਕਾਰਨੀ ਹੁਣੀ ਉਹਨਾਂ ਨੂੰ ਫੇਰ ਸੱਦ ਲਿਆ। ਤੇ ਇਹ ਜਿਹੜੀ ਰਿਪੋਰਟ ਆ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਸੀਸਸ, ਜਿੱਦਾਂ ਇੱਥੇ FBI ਆ ਉੱਥੇ ਦੀ ਸੀਸਸ ਆ, ਉਹਨਾਂ ਨੇ ਆਇਡੈਂਟੀਫਾਈ ਕੀਤਾ ਆ ਵੀ ਇੰਡੀਆ, ਚਾਈਨਾ, ਰਸ਼ੀਆ, ਈਰਾਨ ਤੇ ਪਾਕਿਸਤਾਨ ਇਹ ਫੋਰਨ ਇੰਟਰਫੀਰੈਂਸ ਕਰਦੇ ਹੈਗੇ ਆ। ਇਹ ਰਿਪੋਰਟ ਜਿਹੜੀ ਆ ਪਿਛਲੇ ਸ਼ੁੱਕਰਵਾਰ ਸੀਸਸ ਨੇ ਜੋ ਪਾਰਲੀਮੈਂਟ ਨੂੰ ਦਿੱਤੀ ਆ ਜੀ। ਹਜੇ ਉਹਨਾਂ ਨੇ ਆਪਣੇ ਵੈਬਸਾਈਟ ਤੇ ਨਹੀਂ ਪਾਈ, ਪਰ ਉਹ ਕਹਿੰਦੇ ਵੈਬਸਾਈਟ ਤੇ ਆਪਾਂ G7 ਦੀ ਜਦੋਂ ਮੀਟਿੰਗ ਖਤਮ ਹੋਊਗੀ ਉਹ ਤੋਂ ਬਾਅਦ ਪਾਉਂਗੇ। ਮਤਲਬ ਇਹੀ ਆ ਵੀ ਬੁਰਾ ਨਾ ਮਨਾ ਜਾਣ। ਬਿਲਕੁਲ। ਸੋ ਕੱਲ ਨੂੰ ਉਹ ਬੁੱਧਵਾਰ ਨੂੰ ਮੋਸਟ ਪ੍ਰੋਬਬਲੀ ਇਹ ਮੀਟਿੰਗ ਪਾਣਗੇ। ਜਾਂ ਫਿਰ ਇਹ ਤਾਂ ਨਹੀਂ ਹਰਜੋਤ ਸਿੰਘ ਜੀ ਵੀ ਉੱਥੇ ਸੱਦ ਕੇ ਉਹਨਾਂ ਨੂੰ ਦੱਸਣਾ ਵੀ ਦੇਖ ਲਓ ਆ ਜੇ ਵੀ ਤੁਸੀਂ ਆਹ ਕਾਂਡ ਕਰੀ ਜਾਂਦੇ ਆ, ਵੀ ਚਿਹਰਾ ਤਾਂ ਨੰਗਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਨਾਲ ਹੋਇਆ, ਚਾਹੇ ਉਸ ਨੂੰ ਸੱਦਿਆ ਵੀ ਤੇ ਸੱਦ ਕੇ ਹੁਣ ਆ ਜਿਹੜੀ ਸੀਸੀ ਦੀ ਰਿਪੋਰਟ ਉਹਨਾਂ ਦਿਨਾਂ ਦੇ ਵਿੱਚ ਪੇਸ਼ ਕਰਤੀ ਜਾਣੀ ਕਹਿ ਲਓ, ਤੇ ਪਾਰਲੀਮੈਂਟ ਦੇ ਵਿੱਚ ਤੇ ਉਹ ਮੋਹਰੇ ਆ ਜਾਣੀ, ਤੇ ਭਾਰਤ ਦਾ ਚਿਹਰਾ ਜਿਹੜਾ ਹੋਰ ਇਸ ਦੇ ਵਿੱਚ ਕਹਿ ਸਕਦੇ ਵੀ ਓਵਰਆਲ ਨੰਗਾ ਹੋ ਗਿਆ। ਜਿਹੜੇ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਤੇ RCMP ਨੇ, ਇਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਪੱਕੇ ਸਬੂਤ ਆ ਜਿਹਦੇ ਕਰਕੇ ਇੰਡੀਅਨ ਏਜੰਟਸ ਜੋ ਲਿੰਕ ਕਰਦੇ ਆ ਮੋਦੀ ਗਵਰਨਮੈਂਟ ਨੂੰ, ਉਹਨਾਂ ਨੇ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਸਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕੀਤਾ ਸੀ। CS ਇਨਵੈਸਟੀਗੇਟ ਕਰ ਰਹੀ ਹੈਗੀ ਆ ਇਸ ਮਰਡਰ ਨੂੰ, ਤੇ ਉਹਨਾਂ ਨੇ ਵੀ ਇਹ ਦੱਸਿਆ ਵੀ ਗਵਰਨਮੈਂਟ ਆਫ ਇੰਡੀਆ ਤੇ ਨਿੱਜਰ ਹੁਣਾਂ ਦਾ ਜਿਹੜਾ ਕਤਲ ਹੈਗਾ, ਇਹ ਸ਼ਰੇਆਮ ਵਿੱਚ ਪਤਾ ਲੱਗ ਰਿਹਾ ਹੈਗਾ ਵੀ ਇੰਡੀਆ ਇਨਵੋਲਵ ਸੀਗਾ। ਇਹ ਰਿਪੋਰਟ ਹੁਣ ਕੱਲ ਨੂੰ ਉਹਨਾਂ ਨੇ ਆਪਣੇ ਵੈਬਸਾਈਟ ਤੇ ਪਬਲਿਸ਼ ਕਰਨੀ ਹੈਗੀ ਆ। ਸੀਸਸ ਨੇ ਇਹ ਕਿਹਾ ਵੀ ਮਿਸਟਰ ਮੋਦੀ ਹੁਣ ਜੋ ਕਿ ਹਿੰਦੂ ਨੈਸ਼ਨਲਿਸਟ ਏਜੰਡਾ ਜੋ ਉਹਨਾਂ ਦਾ ਆ, ਉਹ ਕੈਨੇਡਾ ਦੇ ਵਿੱਚ ਆਪਣੇ ਪ੍ਰੌਕਸੀ ਏਜੰਟਸ ਨੂੰ ਯੂਜ਼ ਕਰਦੇ ਆ, ਸਾਊਥ ਏਸ਼ੀਅਨ ਕਮਿਊਨਿਟੀ ਤੇ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕਰਨ ਦੇ ਲਈ। ਜਿਸ ਤਰ੍ਹਾਂ ਆਪਾਂ ਇੱਥੇ ਦੱਸਿਆ ਸੀ, ਹੁਣ ਅਮਰੀਕਾ ਦੇ ਵਿੱਚ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਸਿੱਖ ਜਿਹੜੇ ਗੁਰੂ ਘਰ ਆ ਉਹਨਾਂ ਨੇ ਮੰਗ ਕੀਤੀ ਹੈਗੀ ਆ। ਕੈਨੇਡਾ ਕਹਿੰਦੇ ਭਈ ਇਹ ਇੱਕ ਤਰ੍ਹਾਂ ਨਾਲ ਵਿਜੀਲੈਂਟ ਰਹਿਣਾ ਚਾਹੀਦਾ, ਕੈਨੇਡਾ ਦੇ ਜਿਹੜਾ ਪੋਲੀਟੀਕਲ ਸਿਸਟਮ ਵੀ ਤੇ ਕੈਨੇਡਾ ਦੇ ਲੋਕ ਵੀ, ਕਿਉਂਕਿ ਜੋ ਕੈਨੇਡਾ ਆ ਉਹ ਐਥਨਿਕ, ਰਿਲੀਜੀਅਸ ਤੇ ਕਲਚਰਲ ਕਮਿਊਨਿਟੀਜ਼ ਦੇ ਵਿੱਚ ਇਹ ਜਿਹੜੀਆਂ ਫੋਰਨ ਗਵਰਨਮੈਂਟ ਆ ਉਹ ਇੰਟਰਫੀਰੈਂਸ ਕਰ ਰਹੀਆਂ ਹੈਗੀਆਂ। ਜੀ। ਸੋ ਦ ਗਲੋਬ ਐਂਡ ਮੇਲ ਦੇ ਦੁਆਰਾ ਅੱਜ ਦੀ ਇਹ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਗਈ ਆ ਵੀ ਇੰਡੀਆ ਅਜੇ ਵੀ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਜਿਹੜਾ ਖਤਰਾ ਆ ਉਹ ਉਹਨਾਂ ਦੇ ਦੁਆਰਾ ਬਣਿਆ ਪਿਆ ਆ। ਤੇ ਉਸ ਟਾਈਮ ਦੇ ਉੱਤੇ ਇਹ ਜਿਹੜੀ ਰਿਪੋਰਟ ਆਉਣੀ ਜਦੋਂ ਮੋਦੀ ਉੱਥੇ ਆ, ਤੇ ਮੋਦੀ ਦਾ ਕਹਿੰਦੇ ਸਵਾਗਤ ਕਰਨ ਨੂੰ ਛੋਟੇ ਮੋਟੇ ਬੰਦੇ ਜਿਹੜੇ ਉਹ ਕੁਛ ਘੱਲੇ ਸੀ। ਆ ਫੋਟੋ ਤਾਂ ਉਦਾਂ ਜਿਹੜੀ ਉਹਨਾਂ ਨੇ ਜ਼ਰੂਰ ਇਸ ਦੇ ਵਿੱਚ ਲਾਈ ਆ, ਕੋਈ ਏਦਾਂ ਦਾ ਖਾਸ ਸਵਾਗਤ ਨਹੀਂ। ਇਹ ਉਸ ਟਾਈਮ ਦੇ ਉੱਤੇ ਮੋਦੀ ਇੱਥੇ ਤੁਰਿਆ ਫਿਰਦਾ ਜਦ ਉੱਥੇ 에ਅਰ ਇੰਡੀਆ ਦਾ ਬਹੁਤ ਵੱਡਾ ਜਿਹੜਾ ਹਾਦਸਾ ਹੋਇਆ, ਤਕਰੀਬਨ 300 ਬੰਦੇ ਦੀ ਉੱਥੇ ਮੌਤ ਜਿਹੜੀ ਹੋਈ ਆ। ਲੇਲਣੀਆਂ ਕੱਢਦਾ ਰਿਹਾ ਵੀ ਮੈਨੂੰ ਸੱਦੋ ਮੈਨੂੰ ਸੱਦੋ, ਤੇ ਹੁਣ ਜਦੋਂ ਇਵੈਂਚੁਅਲੀ G7 ਦੇ ਵਿੱਚ ਸੱਦ ਲਿਆ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਹੁਣ ਰਿਪੋਰਟ ਉਸ ਟਾਈਮ ਦੇ ਉੱਤੇ ਪੇਸ਼ ਹੋਣੀ ਆ, ਤਾਂ ਆ ਕੇ ਜਿੱਦਾਂ ਕਹਿ ਲਓ ਵੀ ਭਿਉਂ ਕੇ ਜਿੱਦਾਂ ਮਾਰਨ ਵਾਲੀ ਗੱਲ ਹੁੰਦੀ ਆ,
ਵੀ ਆ ਤੂੰ ਮੋਰੇ ਆ, ਘਰੇ ਆ, ਤੈਨੂੰ ਫਿਰ ਜਿਹੜਾ ਉਹ ਤੈਨੂੰ ਦੱਸਾਂਗੇ। ਸੋ ਉਹ ਜਿਹੜੀ ਸਥਿਤੀ ਇਸ ਟਾਈਮ ਇੰਡੀਆ ਦੇ ਨਾਲ ਹੋਈ ਆ, ਘਰੇ ਆ ਕੇ ਬੇਇੱਜ਼ਤੀ ਵਾਲੀ ਜਿਹੜੀ ਸਥਿਤੀ ਆ ਉਹ ਵੀ ਜਿਹੜੀ ਇਸ ਦੇ ਵਿੱਚ ਬਣੀ ਆ। ਪਰ ਕੈਨੇਡੀਅਨ ਸਰਕਾਰ ਦੇ ਉੱਤੇ ਜਿਹੜਾ ਸਵਾਲ ਆ ਉਹ ਵੀ ਬਣਦਾ, ਜਿਹੜਾ ਲੋਕਾਂ ਦਾ ਜਾਇਜ਼ ਹੀ ਆ, ਉਹ ਇਸ ਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ। ਸਵਾਲ ਜਿਹੜਾ ਹੋਣਾ ਚਾਹੀਦਾ ਵੀ ਜਿੱਥੇ ਜਿਸ ਸਰਕਾਰ ਨੇ ਐਡਾ ਜਿਹੜਾ ਉਹ ਘਾਣ ਕੀਤਾ ਹੋਵੇ, ਕੈਨੇਡੀਅਨ ਮਾਰਿਆ ਹੋਵੇ ਕੈਨੇਡੀਅਨ ਧਰਤੀ ਦੇ ਉੱਤੇ, ਉੱਥੋਂ ਦੇ NDP ਦੇ ਜਿਹੜੇ ਮੇਨ ਲੀਡਰ ਆ ਉਸ ਦੀ ਰੈਕੀ ਦੇ ਵਿੱਚ ਲੱਗੇ ਹੋਣ, ਗੈਂਗਸਟਰਸ ਜਿਹੜੇ ਉੱਥੇ ਖੁੱਲ੍ਹੇਆਮ ਫਰੌਤੀਆਂ ਤੇ ਉਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਹੋਣ, ਤਾਂ ਉਸ ਸਰਕਾਰ ਦੇ ਨੁਮਾਇੰਦੇ ਨੂੰ ਸੱਦਾ ਦੇਣ ਦਾ ਜਿਹੜਾ ਇਸ ਦੇ ਵਿੱਚ ਕੀ ਮਤਲਬ ਜਿਹੜਾ ਉਹ ਬਣਦਾ ਹੈ। ਸੋ ਇੱਕ ਪਾਸੇ ਇਹ ਐਂਗਲ ਸੀ, ਦੂਜੇ ਪਾਸੇ ਸੀਸਿਸ ਦੀ ਇਹ ਜਿਹੜੀ ਰਿਪੋਰਟ G7 ਸਮਿਟ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣੀ ਤੇ ਉਸ ਦੀ ਜਿਹੜੀ ਖਬਰ ਗਲੋਬ ਐਂਡ ਮੇਲ ਦੇ ਦੁਆਰਾ ਜਿਹੜੀ ਉਹ ਖੁਲਾਈ ਜਾਣੀ। ਇੱਥੋਂ ਇਹ ਵੀ ਪਤਾ ਲੱਗਦਾ ਹੈ ਵੀ ਜਿਹੜਾ ਦਬਾਅ ਆ ਕੈਨੇਡਾ ਅਜੇ ਵੀ ਉਹਨਾਂ ਉੱਤੇ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦਾ ਆ। ਆਲਦੋ ਬੈਕ ਐਂਡ ਦੇ ਉੱਤੇ ਜਿਹੜਾ ਦੇਖੀ ਹਰਜੋਤ ਸਿੰਘ ਜੀ, ਜਿਹੜਾ ਇੰਟੈਲੀਜੈਂਸ ਦਾ ਇਹਨਾਂ ਦਾ ਸਮਝੌਤਾ ਹੋਇਆ ਆ ਵੀ ਇੰਟੈਲੀਜੈਂਸ ਸ਼ੇਅਰ ਕਰਿਆ ਕਰਨੀ ਆ, ਉਹ ਜਿਹੜੀ ਡੀਲ ਕ੍ਰਾਈਮ ਨੂੰ ਲੈ ਕੇ ਤੇ ਟੈਰਰਿਜ਼ਮ ਨੂੰ ਲੈ ਕੇ ਜਿਹੜੀ ਉਹ ਕੀਤੀ ਆ, ਉਸ ਦੇ ਹੋਰ ਕੀ ਐਂਗਲ ਜਿਹੜੇ ਉਹ ਬਣਨਗੇ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਪਰ ਇਸ ਟਾਈਮ ਸਥਿਤੀ ਕਾਫੀ ਕੰਪਲੈਕਸ ਜਿਹੜੀ ਉਹ ਬਣ ਕੇ ਚੱਲ ਰਹੀ ਹੈਗੀ ਆ। ਮੀਨਵਾਈਲ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਆ ਮੋਦੀ ਹੁਣਾਂ ਦੇ ਪਹੁੰਚਣ ਦੇ ਉੱਤੇ। ਕੈਲਗਰੀ ਦੇ ਵਿੱਚ ਡਾਊਨਟਾਊਨ ਦੇ ਵਿੱਚ ਜਿਹੜੀ ਕਾਰਾਂ ਦੀ ਰੈਲੀ ਵੀ ਚੱਲ ਰਹੀ ਹੈਗੀ ਆ। ਪ੍ਰੋਟੈਸਟ ਬਹੁਤ ਜ਼ਿਆਦਾ ਹੋ ਰਿਹਾ, ਹਾਲਾਂਕਿ ਇਹਨਾਂ ਨੂੰ ਕਾਫੀ ਦੂਰ ਜਿਹੜੀ ਆ ਉੱਥੇ ਮੀਟਿੰਗ ਹੋ ਰਹੀ ਆ, ਉੱਥੋਂ ਰੱਖਿਆ ਗਿਆ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਅਮਰੀਕਾ ਤੇ ਕੈਨੇਡਾ ਵਾਸਤੇ ਜਿਹੜੇ ਸਿੱਖ ਆ, ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ, ਹੁਣ ਉਹ ਅਮਰੀਕਾ ਦਾ ਆਪਣੇ ਸਿਟੀਜ਼ਨ ਨੂੰ ਜਿਹੜੀ ਸੇਫਟੀ ਆ ਉਹਨਾਂ ਦੀ ਪ੍ਰਾਇੋਰਟੀ ਆ, ਇੱਥੇ ਕੈਨੇਡਾ ਵਾਲਿਆਂ ਦੀ ਪ੍ਰਾਇੋਰਟੀ ਆ। ਹੁਣ ਇਹ ਸਾਰੇ ਕਾਸੇ ਨੂੰ ਲੈ ਕੇ ਜੇ ਸਾਡਾ ਇੱਕ ਸਿੱਖ ਭਰਾ ਦਾ ਕਤਲ ਕੀਤਾ ਗਿਆ, ਹੋਰ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਨਿਖਿਲ ਗੁਪਤਾ ਤੁਹਾਡੇ ਸਾਹਮਣੇ ਆ ਜਿਹਦਾ ਕੇਸ ਚੱਲ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੇ ਸਿੱਖ ਹਾਂ ਦਾ ਨਾਰਾ ਮਾਰ ਰਹੇ ਆ, ਸਿੱਖ ਪ੍ਰੋਟੈਸਟ ਕਰ ਰਹੇ ਹੈਗੇ ਆ, ਤੇ ਇੰਡੀਆ ਵਾਸਤੇ ਜਿਹੜੇ ਕੁਝ ਸਿੱਖ ਆ ਉਹ ਪੂਰਾ ਜਿਹੜਾ ਬੀਜੇਪੀ ਦੀ ਸਾਈਡ ਲੈ ਰਹੇ ਹੈਗੇ ਆ। ਪਟਨਾ ਸਾਹਿਬ ਗੁਰਦੁਆਰਾ ਦੀ ਜਿਹੜੀ ਕਮੇਟੀ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਆ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਕੈਨੇਡਾ ਦੇ ਵਿੱਚ, ਉਹ ਬਹੁਤ ਮਾੜੀ ਗੱਲ ਹੈਗੀ ਆ। ਬੀਜੇਪੀ ਦੇ ਇੱਕ ਮਿਨਿਸਟਰ ਹਰਦੀਪ ਸਿੰਘ ਪੁਰੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਿੱਖ ਪ੍ਰੋਟੈਸਟਰ ਹੈਗੇ ਆ ਉਹ ਬੱਚਿਆਂ ਨੂੰ ਯੂਜ਼ ਕਰ ਰਹੇ ਹੈਗੇ ਆ, ਉਹ ਮਾੜੀ ਗੱਲ ਹੈਗੀ ਆ। ਸਭ ਤੋਂ ਜਿਹੜੀ ਮਾੜੀ ਸਟੇਟਮੈਂਟ ਦਮਦਮੀ ਟਕਸਾਲ ਦੇ ਜਿਹੜੇ ਹੈੱਡ ਆ ਉਹ ਹਰਨਾਮ ਸਿੰਘ ਧੁੰਮਾ ਦੀ ਆਈ ਆ। ਅੱਜ ਦੀ ਇੰਡੀਅਨ ਐਕਸਪ੍ਰੈਸ ਦੇਖ ਲਿਓ, ਉਹਦੇ ਉੱਤੇ ਉਹਨਾਂ ਨੇ ਜਿਹੜਾ ਹੈਡਿੰਗ ਲਾਇਆ, ਦੇ ਆਰ ਸਪਰੈਡਿੰਗ ਹੇਟਰਡ ਦਮਦਮੀ ਟਕਸਾਲ ਕ੍ਰਿਟੀਸਾਈਜ਼ ਪ੍ਰੋ ਖਾਲਿਸਤਾਨੀ ਗਰੁੱਪਸ ਇਨ ਕੈਨੇਡਾ ਅਹੈਡ ਆਫ G7 ਸਮਿਟ। ਇਹ ਹੁਣ ਤੁਸੀਂ ਦੇਖੋ ਵੀ ਦਮਦਮੀ ਟਕਸਾਲ ਦੇ ਹੈੱਡ ਹਰਨਾਮ ਸਿੰਘ ਧੁੰਮਾ ਦੀ ਜਿਹੜੀ ਸਟੇਟਮੈਂਟ ਆ, ਹੁਣ ਇਹ ਸਟੇਟਮੈਂਟ ਦੇ ਨਾਲ ਉਹ ਕਿੰਨਾ ਕੁ ਜਿਹੜਾ ਬੀਜੇਪੀ ਨੂੰ ਖੁਸ਼ ਕਰਨਾ ਚਾਹੁੰਦੇ ਆ, ਤੁਸੀਂ ਖੁਦ ਜਿਹੜਾ ਅੰਦਾਜ਼ਾ ਲਾ ਸਕਦੇ ਹੈਗੇ ਆ। ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਜਿਹੜਾ ਸਪੋਕਸਪਰਸਨ ਆ ਦਮਦਮੀ ਟਕਸਾਲ ਦਾ ਤੇ ਬੀਜੇਪੀ ਦਾ ਅੱਜ ਕੱਲ ਇੱਕ ਲੀਡਰ ਬਣਿਆ ਹੈਗਾ, ਉਹਨੂੰ ਵੀ ਇਹ ਕਿਹਾ ਵੀ ਦੇਖੋ ਜੀ ਇਨੋਸੈਂਟ ਜਿਹੜੇ ਬੱਚੇ ਆ 5 ਤੇ 7 ਸਾਲਾਂ ਦੇ, ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ ਇਸ ਪ੍ਰੋਟੈਸਟ ਦੇ ਵਿੱਚ। ਤੇ ਸਿੱਖ ਤਾਂ ਹਮੇਸ਼ਾ ਹੀ ਬੱਚਿਆਂ ਦੇ ਨਾਲ ਪਰਿਵਾਰਾਂ ਦੀ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਦੀ ਬਾਹਰ ਨਿਕਲ ਰਹੀ ਹੈ। ਬੜੀ ਮੰਦਭਾਗੀ ਇੱਕ ਹਿਸਾਬ ਦੇ ਨਾਲ ਇਹ ਗੱਲ ਆ ਵੀ ਉਹ ਟਕਸਾਲ ਜਿਹਨੇ ਭਾਰਤ ਦੀ ਸਰਕਾਰ ਦੇ ਨਾਲ ਸਿੱਧਾ ਜਿਹੜਾ ਆ ਉਹ ਕਹਿ ਲਓ ਵੀ ਪੇਚਾ ਉਹਨਾਂ ਦਾ ਪਿਆ ਸੀਗਾ, ਸਿੱਧਾ ਉਹਨਾਂ ਦੀ ਲੜਾਈ ਜਿਹੜੀ ਇੱਕ ਹਿਸਾਬ ਦੇ ਨਾਲ ਹੋਈ ਸੀ ਸ਼ਹੀਦ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਅਗਵਾਈ ਹੇਠ ਜਦ ਅਕਾਲ ਤਖਤ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਭਾਰਤੀ ਫੌਜ ਦੇ ਦੁਆਰਾ, ਉੱਥੇ ਡਜ਼ ਨਾਟ ਮੈਟਰ ਉੱਥੇ ਮੋਦੀ ਬੈਠਾ ਆ, ਉੱਥੇ ਗਾਂਧੀ ਬੈਠੀ ਆ, ਉੱਥੇ ਕੌਣ ਬੈਠਾ ਆ, ਵੀ ਉਹ ਸਿੱਧਾ ਜਿਹੜਾ ਆ ਲੜਾਈ ਉਹਨਾਂ ਦੇ ਨਾਲ ਆ। ਤੇ ਅੱਜ ਮੋਦੀ ਦੇ ਜਿਹੜੇ ਪ੍ਰੇਜ਼ ਆ ਉਹ ਕਹਿ ਲਓ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ। ਸੋ ਇਹ ਕਹਿੰਦੇ ਵੀ ਇਹ ਰੇਅਰਲੀ ਇਹ ਪਬਲਿਕ ਸਟੇਟਮੈਂਟ ਇਹਨਾਂ ਦੀ ਇਸ ਸੰਬੰਧ ਦੇ ਵਿੱਚ ਜਿਹੜੀ ਉਹ ਆਉਂਦੀ ਆ, ਤੇ ਖਾਲਿਸਤਾਨੀ ਗਰੁੱਪਾਂ ਦੀ ਜਿਹੜੀ ਕ੍ਰਿਟਿਸਿਜ਼ਮ ਆ ਉਹਨਾਂ ਦੇ ਦੁਆਰਾ ਇਹਨਾਂ ਪ੍ਰੋਟੈਸਟ ਨੂੰ ਲੈ ਕੇ, ਐਂਟੀ ਇੰਡੀਆ ਡੈਮੋਸਟ੍ਰੇਸ਼ਨ ਨੂੰ ਲੈ ਕੇ G7 ਸਮਿਟ ਦੇ ਬਾਅਦ ਉਹਨਾਂ ਦਾ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਆਉਣਾ ਕਾਫੀ ਲੋਕਾਂ ਨੂੰ ਜਿਹੜਾ ਕਹਿ ਸਕਦੇ ਹਰਜੋਤ ਸਿੰਘ ਜੀ ਨਿਰਾਸ਼ ਜਿਹੜਾ ਉਹ ਕਰ ਗਿਆ ਹੈਗਾ। ਸੋ ਇਹ ਜਿਹੜੇ ਸਾਰੇ ਇੱਕ 5 ਬੰਦਿਆਂ ਦੀ ਜਥੇਬੰਦੀ, 4 ਹੋਣੇ ਮੇਰੇ ਖਿਆਲ ਨਾਲ, 5 ਵੀ ਮੈਂ ਜ਼ਿਆਦਾ ਕਹਤੇ, ਇਹ ਸਿੱਖਸ ਆਫ ਅਮਰੀਕਾ, ਉਹਦਾ ਇੱਕ ਜੈਸੀ ਸਿੰਘ ਆ, ਉਹ ਵੀ ਬੜਾ ਉਲਟ ਬਿਆਨ ਕਰਦਾ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਸ ਟਾਈਮ ਦੇ ਉੱਤੇ ਇੱਕ ਸਿੱਖ ਪੁਲਿਸ ਆਫੀਸਰ ਨੂੰ
ਜਿਹੜਾ ਆ ਬੀਜੇਪੀ ਦੇ ਇੱਕ ਲੀਡਰ ਨੇ ਵੈਸਟ ਬੰਗਾਲ ਦੇ ਵਿੱਚ ਖਾਲਿਸਤਾਨੀ ਕਿਹਾ ਸੀਗਾ। ਖਾਲਿਸਤਾਨੀ ਕਿਹਾ ਸੀ। ਹੁਣ 3 ਦਿਨ ਪਹਿਲਾਂ ਜਿਹੜਾ ਬੰਗਾਲ ਦਾ ਬੀਜੇਪੀ ਚੀਫ ਹੈਗਾ ਸੁਕਾਂਤਾ ਮਜੂਮਦਾਰ, ਉਹਨੇ ਇੱਕ ਸਿੱਖ ਪੁਲਿਸ ਅਫਸਰ ਦੇ ਚੱਪਲ ਮਾਰੀ ਤੇ ਉਹਦੇ ਬਾਅਦ ਜਿਹੜਾ ਬਹੁਤ ਪ੍ਰੋਟੈਸਟ ਹੋਇਆ ਵੈਸਟ ਬੰਗਾਲ ਦੇ ਵਿੱਚ ਤੇ ਸਿੱਖਾਂ ਨੇ ਉਹਦੇ ਅਗੇਂਸਟ ਕੇਸ ਵੀ ਫਾਈਲ ਕੀਤਾ। ਜਿੰਨਿਆਂ ਬੰਦਿਆਂ ਦੇ ਮੈਂ ਨਾਂ ਲਏ ਆ, ਚਾਹੇ ਉਹ ਹਰਦੀਪ ਪੁਰੀ ਆ, ਚਾਹੇ ਪਟਨਾ ਸਾਹਿਬ ਗੁਰਦੁਆਰਾ ਦੀ ਕਮੇਟੀ ਆ, ਚਾਹੇ ਹਰਨਾਮ ਧੁੰਮਾ ਆ ਤੇ ਚਾਹੇ ਹਰਦੀਪ ਪੁਰੀ ਹੈਗੇ ਆ, ਇਹਨਾਂ ਨੇ ਕਿਸੇ ਨੇ ਇੱਕ ਵੀ ਸਟੇਟਮੈਂਟ ਨਹੀਂ ਜਾਰੀ ਕੀਤੀ ਵੀ ਭਈ ਇੱਕ ਸਿੱਖ ਪੁਲਿਸ ਅਫਸਰ ਦੇ ਉੱਤੇ ਬੀਜੇਪੀ ਦਾ ਜਿਹੜਾ ਹੈਡ ਆ ਵੈਸਟ ਬੰਗਾਲ ਦਾ ਉਹਨੇ ਜੁੱਤੀ ਮਾਰੀ ਹੈਗੀ ਆ। ਸੋ ਆਹ ਹਾਲ ਆ ਉਹਨਾਂ ਦਾ। ਹੁਣ ਮਾਫੀ ਮੰਗ ਗਿਆ ਹੁਣ ਮਾਫੀ, ਕਿਉਂਕਿ ਉਹਦਾ ਵਿਰੋਧ ਬਹੁਤ ਹੋਇਆ, ਪਰ ਇਹਨਾਂ ਕਿਸੇ ਨੇ ਨਹੀਂ ਸਟੇਟਮੈਂਟ ਉੱਥੇ ਜਾਰੀ ਕੀਤੀ। ਜਿਹੜੇ ਕੋਈ ਸਿੱਖ ਹੈਗੇ ਆ, ਜੇ ਉਹਨਾਂ ਤੇ ਧੱਕਾ ਹੋ ਰਿਹਾ ਹੈਗਾ, ਉਹ ਆਪਣੀ ਗੱਲ ਕਰਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਹੈਗੇ ਆ ਵੀ ਇਹ ਬਹੁਤ ਮਾੜੀ ਗੱਲ ਹੈਗੀ, ਇਹ ਨਹੀਂ ਹੋਣਾ ਚਾਹੀਦਾ। ਸੋ ਜਿਹੜੇ ਬਾਹਰ ਵਸਦੇ ਸਿੱਖ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਸੋਚਣਾ ਚਾਹੀਦਾ, ਆਪਾਂ ਦੂਜਿਆਂ ਦਾ ਵਿਰੋਧ ਜ਼ਰੂਰ ਕਰਦੇ ਆ, ਇੱਥੇ ਜਿਹੜੇ ਬੜੇ ਬੜੇ ਫੁੱਲਾਂ ਦੇ ਹਾਰ ਲੈ ਕੇ ਫਿਰ 에ਅਰਪੋਰਟ ਤੇ ਜਾਂਦੇ ਆ, ਉਹ ਤੁਹਾਨੂੰ ਪਛਾਣਨੇ ਚਾਹੀਦੇ ਆ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਆ ਹੁਣ ਪੁੱਛੋ ਹਰਨਾਮ ਧੁੰਮੇ ਨੂੰ ਹੁਣ ਇਹ ਕੀ ਕਰ ਰਿਹਾ ਹੈਗਾ, ਵੀ ਇਹ ਕੋਈ ਸਿੱਖ ਹੁਣ ਆਪਣੇ ਜਿਹੜੇ ਧੱਕਾ ਹੋਇਆ, ਸਿੱਖ ਸ਼ਹੀਦ ਹੋਇਆ, ਉਹਦਾ ਜਿਹੜਾ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਉੱਥੇ ਜਿਹੜੀ ਉਹ ਬਣੀ ਆ, ਮੋਦੀ ਦੀ ਵਿਜ਼ਿਟ G7 ਦੇ ਵਿੱਚ ਜਿਹੜੀ ਹੋਈ ਆ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਸਭ ਤੋਂ ਪਹਿਲਾਂ ਰੈਲੀ ਦੇ ਨਾਲ ਮੋਦੀ ਨੂੰ ਜਿਹੜੇ ਸਿੱਖਾਂ ਨੇ ਜਿਹੜਾ ਆਪਣਾ ਪ੍ਰੋਟੈਸਟ ਜਿਹੜਾ ਉਹ ਦਿਖਾਇਆ ਵੱਡੀ ਮਾਤਰਾ ਦੇ ਵਿੱਚ। ਕੱਲ ਵੀ ਜਦ ਉੱਥੇ ਆਇਆ ਸੀ ਤਾਂ ਕਾਫੀ ਕਹਿ ਲਓ ਵੀ ਉੱਚੀ ਦੇਣੀ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਸੀਗੇ। ਸੋ 13 ਵੱਖ-ਵੱਖ ਕਹਿੰਦੇ ਗਰੁੱਪ ਆ, ਇਹ ਜਿਹੜੀ ਅਖਬਾਰ ਆ ਗਲੋਬਲ ਨਿਊਜ਼ ਆ ਉਹ ਦੱਸਦੀ ਆ ਵੀ 13 ਵੱਖ-ਵੱਖ ਜਿਹੜੇ ਗਰੁੱਪ ਆ, ਕੈਲਗਰੀ ਪੁਲਿਸ ਜਿਹੜੀ ਦੱਸਦੀ ਆ ਵੀ 500 ਜਿਹੜੇ ਪ੍ਰੋਟੈਸਟਰ ਆ ਕੈਲਗਰੀ ਸਿਟੀ ਹਾਲ ਦੇ ਬਾਹਰ ਸੰਡੇ ਨੂੰ ਜਿਹੜੇ ਉਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਉੱਥੇ ਕੀਤਾ ਸੀਗਾ। ਸੋ ਕੱਲ ਜਿਹੜੇ ਖਾਲਿਸਤਾਨ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਦੁਆਰਾ ਮੋਦੀ ਦੇ ਉਲਟ ਉੱਥੇ ਵੀ ਜਿਹੜਾ ਉਹ ਪ੍ਰੋਟੈਸਟ ਆ ਵੱਡੀ ਮਾਤਰਾ ਦੇ ਵਿੱਚ ਕੀਤਾ ਗਿਆ। ਉਂਝ ਦੇਖਿਆ ਜਾਵੇ ਤਾਂ ਮੋਦੀ ਨੂੰ ਕਿੱਦਾਂ ਦਾ ਜੀ ਆਇਓ ਆਖਿਆ ਗਿਆ, ਕਿੱਥੇ ਉਹਨੂੰ ਰੱਖਿਆ ਗਿਆ, ਉਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ। ਭਾਰਤੀ ਜਿਹੜਾ ਮੀਡੀਆ ਉਹ ਇਸ ਟਾਈਮ ਇਹ ਚੀਜ਼ ਦਰਸਾਉਣ ਦੇ ਲਈ ਲੱਗਾ ਹੋਇਆ ਵੀ ਕਿਤੇ ਜੀ ਮੋਦੀ ਨੂੰ ਐਂਬੁਸ਼ ਜਿਹੜਾ ਆ ਪ੍ਰੋਟੈਸਟਰਸ ਨੇ ਕਰਨਾ ਸੀ। ਭਾਈ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਇਹਨਾਂ ਮੁਲਕਾਂ ਦੇ ਵਿੱਚ, ਤੇ ਪ੍ਰੋਟੈਸਟ ਕੀਤਾ ਜਿਹੜਾ ਉਹ ਜਾ ਸਕਦਾ, ਤੇ ਜਿੱਥੇ ਪਤਾ ਪਬਲਿਕ ਨੌਲੇਜ ਆ ਵੀ ਇੱਥੇ ਉਹਨੇ ਆਉਣਾ ਆ, ਉੱਥੇ ਬਾਹਰ ਆ ਕੇ ਪ੍ਰੋਟੈਸਟ ਕੀਤਾ ਤੇ ਉਹਨੂੰ ਵੀ ਦੇਖੋ ਐਂਬੁਸ਼ ਦਾ ਜਿਹੜਾ ਉਹ ਨਾਮ ਦੇ ਕੇ ਜਿਹੜਾ ਲੋਕਾਂ ਨੂੰ ਬੇਸਿਕਲੀ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਤਾਰ-ਪੀਟੋ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਭਾਰਤੀ ਮੀਡੀਆ ਦੁਆਰਾ ਕੀਤੀ ਬਰਾਬਰ ਜਾ ਰਹੀ ਆ। ਤੇ ਹਰਜੋਤ ਸਿੰਘ ਜੀ, ਇੱਕ ਹੋਰ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਹੜੀ 에ਅਰ ਇੰਡੀਆ ਆ ਉਹਦੇ ਰਾਹੀਂ ਜਿਹੜੇ ਯਾਤਰੀ ਜਾਂਦੇ ਆ ਉਹ ਬਹੁਤ ਘਬਰਾਏ ਹੋਏ ਆ। ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀਆਂ 에ਅਰ ਇੰਡੀਆ ਦੀਆਂ ਫਲਾਈਟਸ ਆ ਉਹ ਜਾਂ ਕੈਂਸਲ ਕੀਤੀਆਂ ਜਾ ਰਹੀਆਂ ਜਾਂ ਵਾਪਸ ਜਿੱਥੋਂ ਚੜ੍ਹਦੀਆਂ ਮੰਗਾਈਆਂ ਜਾ ਰਹੀਆਂ। ਕਿਸੇ 'ਚ ਕੋਈ ਟੈਕਨੀਕਲ ਇਸ਼ੂ ਹੈਗਾ। ਸੋ ਖਾਸ ਕਰਕੇ ਜਿਨ੍ਹਾਂ ਨੇ 에ਅਰ ਇੰਡੀਆ ਦੀਆਂ ਟਿਕਟਾਂ ਖਰੀਦੀਆਂ ਉਹ ਜ਼ਰੂਰ ਇਹ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ, ਕਿਉਂਕਿ 에ਅਰ ਇੰਡੀਆ ਨੇ ਇੱਕ ਦਿਨ 'ਚ 7 ਜਿਹੜੀਆਂ ਉਹਨਾਂ ਦੀਆਂ ਇੰਟਰਨੈਸ਼ਨਲ ਫਲਾਈਟਸ ਆ ਉਹ ਰੱਦ ਕੀਤੀਆਂ ਆ ਤੇ ਉਹਨਾਂ ਦੇ 7 ਦੇ ਵਿੱਚੋਂ 6 ਉਹੀ ਬੋਇੰਗ 7878 ਡ੍ਰੀਮ ਲਾਈਨਰ ਜਿਹੜਾ ਜਹਾਜ਼ ਆ ਜੋ ਅਹਿਮਦਾਬਾਦ ਦੇ ਵਿੱਚ ਐਕਸੀਡੈਂਟ ਜਿਹੜਾ ਜਿਹਦੇ ਨਾਲ ਇਹ ਹਾਦਸਾ ਹੋਇਆ ਸੀਗਾ। ਜੀ ਜੀ। ਸੋ ਇੱਕ ਜਿਹੜੀ 에ਅਰ ਇੰਡੀਆ ਦੀ ਫਲਾਈਟ 159C ਸੀ, ਇਹ ਅਹਿਮਦਾਬਾਦ ਤੋਂ ਲੰਡਨ ਹੋਣ ਵਾਲੀ ਸੀ। ਉਹੀ ਰੂਟ ਸੀ। ਪਿਛਲੇ ਹਫ਼ਤੇ ਦਾ ਜਿਹੜਾ ਜਹਾਜ਼ ਦਾ ਹਾਦਸਾ ਹੋਇਆ ਸੀ, 270 ਲੋਕਾਂ ਦੀ ਮੌਤ ਹੋਈ ਸੀ। ਤੇ ਉਸੇ ਤਰ੍ਹਾਂ ਜਿਹੜੀ ਇੱਕ 에ਅਰ ਇੰਡੀਆ ਦੀ 171 ਜਿਹੜੀ ਫਲਾਈਟ ਆ ਉਹ ਜਿਹੜੀ ਤਕਨੀਕੀ ਕਾਰਨ ਕਰਕੇ ਉਹਨਾਂ ਨੇ ਕੈਂਸਲ ਕੀਤੀ। ਦਿੱਲੀ ਤੋਂ ਪੈਰਿਸ ਜਾਣ ਵਾਲੀ ਜਿਹੜੀ ਉਡਾਨ ਸੀਗੀ ਇੱਕ, ਉਹਨੂੰ ਵੀ ਜਿਹੜਾ ਕੈਂਸਲ ਕਰਨਾ ਪਿਆ ਜਦੋਂ ਉਹਦੀ ਪ੍ਰੀ ਫਲਾਈਟ ਇਨਸਪੈਕਸ਼ਨ ਹੋਈ ਤੇ ਉਹ 'ਚ ਪਤਾ ਲੱਗਿਆ ਵੀ ਟੈਕਨੀਕਲ ਇਸ਼ੂ ਹੈਗਾ। ਕਲਕੱਤੇ ਦੇ ਵਿੱਚ AI 180 ਇਸ ਜਹਾਜ਼ ਦਾ ਜਿਹੜਾ ਇੰਜਨ ਕਹਿੰਦੇ ਫੇਲ ਹੋ ਗਿਆ। ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਫਲਾਈਟ ਜਿਹੜੀ ਸੀਗੀ ਇਹ, ਉਹ ਵੀ ਜੀ ਹਾਂ। ਸੋ ਉਹਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹਨੂੰ ਰੋਕਣਾ ਪਿਆ। ਸੋ 에ਅਰ ਇੰਡੀਆ ਵਾਲੇ ਵਾਰ-ਵਾਰ ਆਪਣੀਆਂ ਜਿਹੜੇ ਉਹਨਾਂ ਦੇ ਯਾਤਰੀ ਆ ਉਹਨਾਂ ਦੇ ਕੋਲੋਂ ਮਾਫੀ ਤਾਂ ਮੰਗ ਰਹੇ ਹੈਗੇ ਆ, ਪਰ 7 ਜਹਾਜ਼ ਜਿਹੜੇ ਆ ਉਹਨਾਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਇਸ਼ੂ ਆਇਆ ਹੈਗਾ ਟੈਕਨੀਕਲ ਵੱਡਾ। ਆਮ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ ਕਦੇ ਚੂਹੇ ਲੱਭ ਜਾਂਦੇ ਆ, ਕਦੇ ਜਿਹੜੀ ਸੀਟ ਹੁੰਦੀ ਉਹਦੇ ਸਪਰਿੰਗ ਲੋਕਾਂ ਦੇ ਜਿਹੜੇ ਪਿੱਠ ਆ ਉਹਦੇ ਵਿੱਚ ਫਸ ਜਾਂਦੇ ਆ ਹਨਾ। ਟੀਵੀ ਕਦੇ ਚੱਲਦੇ ਨਹੀਂ ਹੈ, 에ਅਰ ਕੰਡੀਸ਼ਨ ਕਦੇ ਚੱਲਦੇ ਨਹੀਂ। ਇਹ ਤਾਂ ਤੁਸੀਂ ਆਮ ਹੀ ਸੁਣਦੇ ਰਹਿੰਦੇ ਸੀ। ਇਹ ਜਿਹੜੀਆਂ ਵੱਡੀਆਂ ਟੈਕਨੀਕਲ ਇਸ਼ੂਜ਼ ਹੈਗੇ ਆ, ਇਹ ਸਾਰੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ 에ਅਰ ਇੰਡੀਆ ਦੀ ਚਰਚਾ ਹੋ ਰਹੀ ਹੈਗੀ ਆ, ਆਲੋਚਨਾ ਹੋ ਰਹੀ ਆ। ਜਦੋਂ ਪਹਿਲਾਂ ਕਿਤੇ ਸਿੱਖ ਕਰਦੇ ਸੀ ਇਹ ਹਮੇਸ਼ਾ ਹੀ ਕਹਿ ਦਿੰਦੇ ਵੀ ਇਹ ਤਾਂ ਜੀ ਖਾਲਸਤਾਨੀਆਂ ਦਾ ਕੰਮ ਆ, ਇਹਨਾਂ ਨੇ ਰੌਲਾ ਹੀ ਪਾਉਣਾ ਹੁੰਦਾ। ਪਰ ਹੁਣ ਆਮ ਲੋਕ ਜਿਹੜੇ ਹੈਗੇ ਆ ਉਹ ਬਹੁਤ ਅਪਸੈਟ ਆ। ਉਹ ਕਹਿੰਦੇ ਭਈ ਅਸੀਂ ਤਾਂ ਆਪਣੀਆਂ ਫਲਾਈਟਾਂ ਕੈਂਸਲ ਕਰਨ ਜਾ ਰਹੇ ਆ ਜਦੋਂ ਤੱਕ ਇਹ ਸੁਰੱਖਿਅਤ ਨਹੀਂ ਹੋ ਜਾਂਦਾ, ਪੂਰੀ ਤਰ੍ਹਾਂ ਸੇਫਟੀ ਜਿਹੜੀ ਇਹਨਾਂ ਦੀ ਕਨਫਰਮ ਨਹੀਂ ਹੋ ਜਾਂਦੀ ਹੈਗੀ। ਸੋ 7 ਫਲਾਈਟਾਂ ਪਿਛਲੇ 5-6 ਦਿਨਾਂ ਦੇ ਵਿੱਚ ਕੈਂਸਲ ਕੀਤੀਆਂ ਗਈਆਂ ਹੈਗੀਆਂ। 2 ਫਲਾਈਟਾਂ ਜਿਹੜੀਆਂ ਆ ਮਿਡ 에ਅਰ ਚੋਂ ਵਾਪਸ ਬੁਲਾਈਆਂ ਗਈਆਂ ਹੈਗੀਆਂ। ਸੋ ਇਹ ਕਹਿੰਦੇ ਆ ਵੀ ਜਿਹੜੀ ਅਹਿਮਦਾਬਾਦ ਵਾਲੀ ਇੱਕ ਹੋਰ ਫਲਾਈਟ ਤੇ ਜਿਹੜੀ ਜਾਣੀ ਸੀ ਨਾ ਲੰਡਨ ਗੈਟਵਿਕ ਸਰਵਿਸ ਆ, ਉਹ ਫੇਰ ਕੈਂਸਲ ਜਿਹੜੀ ਉਹ ਕਰਨੀ ਪਈ। ਪਲੇਨ ਹੀ ਨਹੀਂ ਸੀਗਾ ਇਹਨਾਂ ਦੇ ਕੋਲ। ਜਿਹੜਾ ਇੱਕ ਡ੍ਰੀਮ ਲਾਈਨਰ ਸੀ ਉਹਦੇ ਵਿੱਚ ਟੈਕਨੀਕਲ ਇਸ਼ੂਜ਼ ਵੀ ਜਿਹੜੇ ਉਹ ਆਏ। ਜਿਹੜਾ ਮੁੰਬਈ ਵਾਲੀ ਕਲਕੱਤੇ ਵਾਲੀ ਉਹ ਇੱਥੇ ਆਉਣੀ ਸੀ ਸੈਨ ਫਰਾਂਸਿਸਕੋ ਤੋਂ, ਜਿਹੜੀ ਮੁੰਬਈ ਜਾਣੀ ਸੀਗੀ ਤੇ ਕਲਕੱਤੇ ਜਾਣੀ ਸੀਗੀ। ਤੇ ਕਲਕੱਤੇ 'ਚ ਹੀ ਉਹਨੂੰ ਸ਼ੁਕਰ ਆ ਵੀ ਉੱਥੇ ਉਤਰ ਗਏ, ਨਹੀਂ ਤੇ ਰਾਹ ਦੇ ਵਿੱਚ ਪਤਾ ਨਹੀਂ ਇਹਨਾਂ ਦੇ ਨਾਲ ਕੀ ਜਿਹੜਾ ਉਹ ਹੋਰ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀਗਾ। ਸੋ ਇਹ ਬਾਰ-ਬਾਰ 에ਅਰ ਇੰਡੀਆ ਦੀਆਂ ਕਹਿ ਸਕਦੇ ਆ ਵੀ ਇਹ ਜਲੂਸ ਨਿਕਲ ਰਿਹਾ ਆ। ਹਾਂ, ਉਹ ਵੱਖਰੀ ਗੱਲ ਆ। ਉਹ ਹਰਜੋਤ ਸਿੰਘ ਜੀ ਉਸ ਦੇ ਉੱਤੇ ਦੋਸ਼ ਜਿਹੜਾ ਉਹ ਬੋਇੰਗ ਦੇ ਉੱਤੇ ਜਿਹੜਾ ਉਹ ਜ਼ਿਆਦਾ ਧਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਮੇਨਟੇਨੈਂਸ ਦਾ ਜੋ ਹਾਲਾਤ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ 에ਅਰ ਇੰਡੀਆ ਵਾਲਿਆਂ ਦੇ ਕਿੱਦਾਂ ਦੇ ਜਿਹੜੇ ਉੱਥੇ ਰਹਿੰਦੇ ਆ ਤੇ ਉਹਦੇ ਇੱਕ ਹਿਸਾਬ ਦੇ ਨਾਲ ਖੁਲਾਸੇ ਹੀ ਹੋ ਰਹੇ ਆ। ਇਹ ਜਿਹੜੀਆਂ ਬਾਰ-ਬਾਰ ਜਿਹੜੀਆਂ ਉਹ ਕੈਂਸਲ ਹੋਣੀਆਂ, ਉਹ ਦਾਅਵਾ ਕਰ ਰਹੇ ਆ, ਕਹਿੰਦੇ ਜੀ ਕੋਈ ਦਿੱਕਤ ਨਹੀਂ ਨਿਕਲੀ। ਜਿਹੜੀ ਮੇਜਰ ਕੋਈ ਇਸ਼ੂਜ਼ ਜਿਹੜੇ ਆ ਉਸ ਦੇ ਵਿੱਚ ਨਹੀਂ ਨਿਕਲੇ ਹੈਗੇ। ਜਦ 에ਅਰ ਇੰਡੀਆ ਦੀਆਂ ਜਿਹੜੀਆਂ ਟੈਕਨੀਕਲ ਚੀਜ਼ਾਂ ਚੈੱਕ ਕੀਤੀਆਂ ਗਈਆਂ, ਉਹਨਾਂ ਦੇ ਜਿਹੜਾ ਫਲੀਟ ਸੀਗਾ ਉਹਨਾਂ ਨੂੰ ਜਿਹੜਾ ਉਹ ਚੈੱਕ ਕੀਤਾ ਗਿਆ, ਪਰ ਰਿਐਲਿਟੀ ਜਿਹੜੀ ਉਹ ਕੁਛ ਹੋਰ ਨਜ਼ਰ ਆ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਕੁਛ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਹ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਸ ਦੀ ਸਾਂਝ ਜਿਹੜੀ ਉਹ ਪਾ ਕੇ ਜਾਈਏ। ਤਾਂ ਜਿਹੜੀ ਇਸ ਟਾਈਮ ਫੜੋ ਫੜਾਈ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈਗਾ ਆ, ਇੱਕ ਆਸਟ੍ਰੇਲੀਅਨ ਮੂਲ ਦਾ ਜਿਹੜਾ ਮੁੰਡਾ ਆ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਉਹਨੇ ਇਹ ਦਾਅਵਾ ਕੀਤਾ ਵੀ ਮੈਨੂੰ ਟਾਰਗੇਟ ਕੀਤਾ ਗਿਆ ਇਸ ਲਈ ਕਿਉਂਕਿ ਮੈਂ ਪ੍ਰੋ ਪੈਲਸਟੀਨ ਸਟੂਡੈਂਟ ਪ੍ਰੋਟੈਸਟ ਦੇ ਹੱਕ ਦੇ ਵਿੱਚ ਲਿਖਿਆ ਸੀ। ਅਲੈਸਟਰ ਕਿਚਨ ਨਾਂ ਦਾ ਇਹ ਬੰਦਾ, ਕਹਿੰਦੇ ਵੀ ਉਸ ਨੂੰ ਡਿਟੇਨ ਕੀਤਾ ਗਿਆ। ਸਵਾਲ ਕੀਤਾ ਗਿਆ ਜਦ ਉਹਨੂੰ ਸਵਾਲ ਪੁੱਛੇ ਗਏ ਇਜ਼ਰਾਈਲ ਤੇ ਪੈਲਸਤੀਨ ਦੇ ਮੁੱਦੇ ਦੇ ਉੱਤੇ।
LA ਤੋਂ ਮੈਲਬਰਨ ਨੂੰ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ। ਇਹ ਐਲਿਸਟੇਅਰ ਕਿਚਨ ਕਹਿੰਦੇ ਵੀ ਮੈਲਬਰਨ ਤੋਂ ਨਿਕਲਿਆ ਸੀਗਾ ਵੀਰਵਾਰ ਨੂੰ, ਨਿਊਯਾਰਕ ਨੂੰ ਉਸਨੇ ਜਾਣਾ ਸੀਗਾ, ਪਰ US ਕਸਟਮ ਬਾਰਡਰ ਪ੍ਰੋਟੈਕਸ਼ਨ ਨੇ ਜਦ ਉਹਦਾ ਸਟਾਪ ਓਵਰ ਸੀਗਾ LA ਦੇ ਵਿੱਚ, ਉੱਥੇ 12 ਘੰਟਿਆਂ ਦੇ ਲਈ ਉਸਨੂੰ ਡਿਟੇਨ ਕਰਕੇ ਰੱਖਿਆ, ਸਵਾਲ ਜਵਾਬ ਜਿਹੜੇ ਉਹ ਕੀਤੇ, ਤੇ ਫਿਰ ਉੱਥੋਂ ਹੀ LA ਤੋਂ ਹੀ ਵਾਪਸ ਜਿਹੜਾ ਆ ਮੈਲਬਰਨ ਵੱਲ ਨੂੰ ਮੋੜ ਦਿੱਤਾ ਗਿਆ। 33 ਸਾਲਾਂ ਦਾ ਇਹ ਜਿਹੜਾ ਮੁੰਡਾ ਕਹਿੰਦਾ ਵੀ ਮੈਨੂੰ ਕਲੀਅਰਲੀ ਟਾਰਗੇਟ ਕੀਤਾ ਗਿਆ, ਪੋਲੀਟੀਕਲੀ ਮੋਟੀਵੇਟਡ ਰੀਜ਼ਨਸ ਆ ਉਸ ਦੇ ਲਈ। ਕਹਿੰਦੇ 30 ਮਿੰਟ ਤੋਂ ਵੱਧ ਜਿਹੜੇ ਮੈਨੂੰ ਸਵਾਲ ਬਾਰ-ਬਾਰ ਜਿਹੜੇ ਆ ਉਹ ਪੁੱਛੇ ਜਾਂਦੇ ਰਹੇ ਇਜ਼ਰਾਈਲ ਤੇ ਪੈਲਸਤੀਨ ਦੇ ਬਾਬਤ, ਤੇ ਹਮਾਸ ਨੂੰ ਲੈ ਕੇ ਕਹਿੰਦੇ ਵੀ ਉਹ ਕਹਿ ਰਹੇ ਸੀਗੇ ਵੀ ਹਾਂ ਤੇਰੇ ਕੀ ਵਿਚਾਰ ਆ ਹਮਾਸ ਨੂੰ ਜਿਹੜਾ ਉਹ ਲੈ ਕੇ। ਸੋ ਕਿਚਨ ਕਹਿੰਦਾ ਜਿਹੜਾ ਲਿਸਟਰ ਕਿਚਨ ਸੀਗਾ ਉਹਨੇ ਕਿਹਾ ਵੀ ਮੈਂ ਅਧਿਕਾਰੀਆਂ ਨੂੰ ਜਿਹੜਾ ਉਹ ਕਿਹਾ ਵੀ ਥਾਟਸ ਜਿਹੜੇ ਆ ਇਹ ਵੈਰੀ ਬ੍ਰੌਡ ਸੈਂਸ ਦੇ ਵਿੱਚ ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਉਹਨੇ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ ਇਨ ਡੈਪਥ, ਕਹਿੰਦੇ ਵੀ ਉਹਨਾਂ ਨੇ ਪ੍ਰੋਬਿੰਗ ਜਿਹੜੀ ਉਹ ਕੀਤੀ ਸੀਗੀ। ਸੋ ਇੱਥੋਂ ਇਹ ਵੀ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਗੱਲ ਕਹਿ ਰਹੇ ਸੀ ਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਨਿਗਰਾਨੀ ਰੱਖਣੀ ਆ, ਤਾਂ ਇਹਨੇ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਸਟੂਡੈਂਟ ਪ੍ਰੋਟੈਸਟ ਦੇ ਹੱਕ ਦੇ ਵਿੱਚ ਜਿਹੜਾ ਉਹ ਲਿਖਿਆ ਸੀਗਾ, ਤੇ ਉਹਦੇ ਕਰਕੇ ਜਿਹੜਾ ਇਸ ਨੂੰ ਜਿੱਦਾਂ ਹੀ LA ਦੇ ਵਿੱਚ ਉਤਰਿਆ ਆ, ਉੱਥੋਂ ਉਹਨੇ ਨਿਊਯਾਰਕ ਦੀ ਫਲਾਈਟ ਫੜਨੀ ਸੀ, ਉਸ ਤੋਂ ਪਹਿਲਾਂ ਹੀ ਜਿਹੜਾ ਉਸਨੂੰ ਫੜ ਕੇ ਜਿਹੜੇ ਚੰਗੇ ਸਵਾਲ ਜਵਾਬ ਆ ਇਸ ਬਾਬਤ ਜਿਹੜੇ ਉਹ ਕੀਤੇ ਗਏ ਹੈਗੇ। ਕਹਿੰਦੇ CBP ਨੇ ਮੈਨੂੰ ਸ਼ਰੇਆਮ ਜਿਹੜਾ ਉਹ ਕਿਹਾ ਵੀ ਰੀਜ਼ਨ ਜਿਹੜਾ ਤੈਨੂੰ ਡਿਟੇਨ ਕਰਨ ਦਾ ਉਹ ਇਹੀ ਆ ਵੀ ਤੂੰ ਕੋਲੰਬੀਆ ਸਟੂਡੈਂਟ ਪ੍ਰੋਟੈਸਟ ਦੇ ਬਾਬਤ ਲਿਖਿਆ ਸੀਗਾ। ਇਹ ਗਾਰਡੀਅਨ ਆਸਟ੍ਰੇਲੀਆ ਦੇ ਲਈ ਦੇ ਨਾਲ ਗੱਲ ਕਰਦੇ ਹੋਏ ਉਸਨੇ ਜਿਹੜਾ ਉਹ ਜਾਣਕਾਰੀ ਦਿੱਤੀ ਆ। ਜਿਹੜਾ ਅਲਿਸਟਰ ਕਿਚਨ ਆ ਕਹਿੰਦਾ ਨਿਊਯਾਰਕ ਦੇ ਵਿੱਚ 6 ਸਾਲ ਦੇ ਲਈ ਉਹ ਰਿਹਾ ਆ, ਤੇ ਇਹਨਾਂ ਪ੍ਰੋਟੈਸਟ ਦੇ ਬਾਬਤ ਜਿਹੜਾ ਆ ਉਸਨੇ ਲਿਖਿਆ ਸੀਗਾ ਜਦ ਆਸਟ੍ਰੇਲੀਆ ਦੇ ਵਿੱਚ ਸੀਗਾ 2024 ਦੇ ਵਿੱਚ। ਕਹਿੰਦਾ ਮੈਂ ਕ੍ਰੀਏਟਿਵ ਰਾਈਟਿੰਗ ਸਟੂਡੈਂਟ ਆ, ਇਹਨਾਂ ਪ੍ਰੋਟੈਸਟ ਦੇ ਬਾਬਤ ਆਪਣੇ ਪਰਸਨਲ ਬਲੌਗ ਦੇ ਲਈ ਇਨ ਡੈਪਥ ਲਿਖਿਆ ਸੀ, ਪਰ ਇੱਥੇ ਆਉਂਦਿਆਂ ਹੀ ਉਸਨੂੰ ਸਵਾਲ ਜਵਾਬ ਕਰਕੇ 12 ਘੰਟੇ ਡਿਟੇਨ ਕਰਕੇ ਰੱਖਿਆ ਤੇ ਫਿਰ ਇਵੈਂਚੁਅਲੀ ਵਾਪਸ ਡਿਪੋਰਟ ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਰੇਡਸ ਜੋ ਹੋ ਰਹੀਆਂ ਲਾਸ ਐਂਜਲਸ ਦੇ ਵਿੱਚ, ਉਹਨਾਂ ਨੇ ਸਮਾਲ ਬਿਜ਼ਨਸ ਓਨਰ ਨੂੰ ਕਾਫੀ ਜ਼ਿਆਦਾ ਹਿੱਟ ਕੀਤਾ ਆ। ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਖਾਸ ਕਰਕੇ ਜਿਹੜੇ ਸਪੈਨਿਸ਼ ਮੂਲ ਦੇ ਜਾਂ ਗਰੋਸਰੀ ਸਟੋਰ, ਲਿਕਰ ਸਟੋਰ ਇਦਾਂ ਦੇ ਆ, ਉਹ ਕਹਿੰਦੇ ਵੀ ਕੋਵਿਡ ਵਾਲੇ ਸਮੇਂ ਨਾਲੋਂ ਵੀ ਵਰਸਟ ਆ ਇਸ ਟਾਈਮ, ਕਿਉਂਕਿ ਉਸ ਟਾਈਮ ਦੇ ਉੱਤੇ ਆਲਮੋਸਟ ਸਾਰਾ ਕੁਝ ਬਹੁਤ ਸਲੋ ਹੋ ਗਿਆ ਸੀ, ਡੈਡ ਹੀ ਸੀ। ਤੇ ਹੁਣ ਕਹਿੰਦੇ ਇਦਾਂ ਦੀ ਸਿਚੁਏਸ਼ਨ ਬਣ ਗਈ ਹੈਗੀ ਆ। ਜਦੋਂ ਤੋਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਫੀਸ਼ੀਅਲਸ ਨੇ ਰੇਡ ਮਾਰਨੀਆਂ ਸ਼ੁਰੂ ਕੀਤੀਆਂ ਆ, 2 ਹਫ਼ਤੇ ਹੋ ਚੱਲੇ ਆ, ਇੱਕ ਟੈਕਸਟਾਈਲ ਫੈਕਟਰੀ ਦੇ ਲਾਗੇ ਜਿੰਨੇ ਵੀ ਸਟੋਰ ਆ, ਉਹ ਕਹਿੰਦੇ ਸਾਡੇ ਕੋਈ ਆਉਂਦਾ ਹੀ ਨਹੀਂ ਹੈਗਾ, ਲੋਕ ਡਰਦੇ ਬਹੁਤ ਹੈਗੇ ਆ। ਸੋ ਇਸ ਕਰਕੇ ਜਿਹੜੇ ਬਿਜ਼ਨੈਸਸ ਆ ਟੋਟਲੀ ਜਿਹੜੇ ਆ ਉੱਥੇ ਡੈਡ ਪਏ ਹੈਗੇ ਆ। ਇਸ ਤੋਂ ਬਿਨਾਂ ਇੱਕ ਆਈਸ ਵਾਲਿਆਂ ਨੇ ਯੂਟਾ ਦੇ ਵਿੱਚ, ਯੂਟਾ ਕਾਲਜ ਦੀ ਜਿਹੜੀ ਸਟੂਡੈਂਟ ਆ ਉਹਨੂੰ ਇੱਕ ਸਟਾਪ ਦੇ ਉੱਤੇ ਰੋਕ ਲਿਆ। ਪੁਲਿਸ ਵਾਲੇ ਸੀ, ਸੌਰੀ, ਕੈਰੋਲੀਨਾ ਡਿਆਸ ਗੌਨਕਲੇਵਸ ਨਾਮ ਦੀ ਇਹ ਸਟੂਡੈਂਟ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਆ। ਇੰਟਰਸਟੇਟ 70 ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ। ਜੂਨ 5 ਨੂੰ ਮਿਸਾ ਕਾਉਂਟੀ ਦੇ ਸ਼ੈਰਿਫ ਵਾਲਿਆਂ ਨੇ ਉਹਨੂੰ ਪੁੱਲ ਕੀਤਾ, ਤੇ ਕਿਉਂਕਿ ਉਹਦੀ ਸਪੀਡ ਥੋੜੀ ਜਿਹੀ ਜ਼ਿਆਦਾ ਸੀ, ਉਸ ਕਰਕੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਤੇ ਇਹ ਉਹ ਡ੍ਰੀਮਰ ਹੈਗੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਡਾਕਾ ਦੇ ਅੰਡਰ ਇਹ ਜਿਹੜੇ ਸਟੂਡੈਂਟਸ ਆ ਇਹਨਾਂ ਨੂੰ ਕੁਝ ਲੀਗਲ ਸਟੇਟਸ ਦਿੱਤਾ ਸੀ। 2.5 ਮਿਲੀਅਨ ਦੇ ਕਰੀਬ ਡ੍ਰੀਮਰਸ ਇਸ ਟਾਈਮ USA ਦੇ ਵਿੱਚ ਰਹਿ ਰਹੇ ਹੈਗੇ ਆ। ਉਹ 7 ਸਾਲਾਂ ਦੀ ਸੀ ਜਦੋਂ ਬ੍ਰਾਜ਼ੀਲ ਤੋਂ ਆਈ ਸੀ, ਤੇ 12 ਸਾਲਾਂ ਦੀ ਹੈਗੀ ਜਦੋਂ ਤੋਂ ਉਹਦਾ ਜਿਹੜਾ ਅਸਾਈਲਮ ਕੇਸ ਆ ਉਹ ਪੈਂਡਿੰਗ ਹੈਗਾ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਸੋ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪੈ ਰਿਹਾ ਵੀ ਦੇਖੋ ਹੁਣ ਤੁਸੀਂ ਸਟੂਡੈਂਟਸ ਨੂੰ ਵੀ ਇੱਕ ਜੇ ਉਹਦੀ 5 ਜਾਂ 7 ਮੀਲ ਸਪੀਡ ਜ਼ਿਆਦਾ ਸੀ ਉਸ ਚੱਕਰ ਦੇ ਵਿੱਚ ਅਰੈਸਟ ਕਰ ਰਹੇ ਆ ਤੇ ਉਹਨੂੰ ਜਿਹੜਾ ਡਿਪੋਰਟ ਕਰਨ ਦਾ ਸੋਚ ਰਹੇ ਹੈਗੇ ਜੀ। ਬੋਡੀ ਕੈਮ ਫੁਟੇਜ ਜਿਹੜੀ ਰਿਲੀਜ਼ ਕੀਤੀ ਗਈ ਬਾਅਦ ਦੇ ਵਿੱਚ ਸ਼ੈਰਿਫ ਆਫਿਸ ਦੇ ਦੁਆਰਾ, ਉਹਨਾਂ ਨੇ ਉਸ ਦੇ ਵਿੱਚ ਆਇਡੈਂਟੀਫਾਈ ਕੀਤਾ, ਕਹਿੰਦੇ ਵੀ ਇਹ ਤਾਂ ਰੋਕਿਆ ਗਿਆ ਵੀ ਕਿਉਂਕਿ ਸੈਮੀ ਟਰੱਕ ਦੇ ਲਾਗੇ ਜਿਹੜਾ ਬਹੁਤ ਜ਼ਿਆਦਾ ਕਲੋਜ਼ਲੀ ਜਿਹੜੀ ਉਹ ਡਰਾਈਵ ਕਰ ਰਹੀ ਸੀ, ਤੇ 20 ਘੰਟੇ ਜਿਹੜਾ ਇਸ ਨੂੰ ਸਟਾਪ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਈਸ ਦੇ ਦੁਆਰਾ ਜਿਹੜਾ ਇਹ ਡਿਟੇਨ ਹੋਈ ਸੀਗੀ ਯੂਟਾ ਦੀ ਜਿਹੜੀ ਉਹ ਸਟੂਡੈਂਟ ਆ, ਇਹ ਇੱਕ ਸਟਾਪ ਤੋਂ ਬਾਅਦ ਦੇ ਵਿੱਚ ਉਸਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ। ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗੀ, ਨਾ ਹੀ ਕੋਈ ਇਸ ਦੇ ਉਲਟ ਕੋਈ ਵਾਰੰਟ ਸੀਗਾ, ਪਰ ਫਿਰ ਵੀ ਜਿਹੜਾ ਇਸ ਨੂੰ ਡਿਟੇਨ ਕਰ ਲਿਆ ਗਿਆ। ਸੋ ਜਿਹੜੀ DS
ਗਨ ਕਾਲਸ ਆ ਇਹ 2.5 ਮਿਲੀਅਨ ਜਿੱਦਾਂ ਡ੍ਰੀਮਰਸ ਪਹਿਲਾਂ ਦੱਸ ਕੇ ਹਟਿਆ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਉਹ ਸੀਗੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਹੁਣ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇੱਥੇ ਹੀ ਆਪਾਂ ਇਜਾਜ਼ਤ ਜਿਹੜੀ ਉਹ ਲੈਂਦੇ ਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।